ਸਤਿ ਸ਼੍ਰੀ ਅਕਾਲ ਜੀ। ਤੁਸੀਂ ਦੇਖ ਰਹੇ ਹੋ ਪੰਜਾਬ ਮੇਲ USA TV ਚੈਨਲ। ਮੈਂ ਗੁਰਜਤਿੰਦਰ ਸਿੰਘ ਰੰਧਾਵਾ ਲੈ ਕੇ ਹਾਜ਼ਰ ਹਾਂ US ਇਮੀਗ੍ਰੇਸ਼ਨ ਐਂਡ ਪੋਲਿਟਿਕਸ ਪ੍ਰੋਗਰਾਮ। ਇਸ ਪ੍ਰੋਗਰਾਮ ਵਿੱਚ ਅਸੀਂ ਤੁਹਾਡੇ ਨਾਲ ਗੱਲਬਾਤ ਕਰਦੇ ਹਾਂ। ਅਮਰੀਕਾ ਦੀ ਕੋਈ ਵੀ ਨਵੀਂ ਰੂਲਿੰਗ ਆਉਂਦੀ ਆ, ਨਵਾਂ ਲਾਅ ਆਉਂਦਾ, ਨਵੇਂ ਕੋਈ ਅਪਡੇਟਸ ਹੁੰਦੀ ਆ ਇਮੀਗ੍ਰੇਸ਼ਨ ਸੰਬੰਧੀ, ਉਹਦੇ ਬਾਰੇ ਅਸੀਂ ਤੁਹਾਨੂੰ ਜਾਣਕਾਰੀ ਦਿੰਦੇ ਹਾਂ। ਸਾਡੇ ਸਪੈਸ਼ਲਿਸਟ ਹੁੰਦੇ ਆ ਸਰਦਾਰ ਜਸਪ੍ਰੀਤ ਸਿੰਘ, ਅਟਾਰਨੀ ਐਟ ਲਾਅ, ਸਾਡੇ ਸਟੂਡੀਓ ਉਹ ਪਹੁੰਚ ਚੁੱਕੇ ਆ। ਆਓ ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਹਾਂ। ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਤਾਂ ਜਸਪ੍ਰੀਤ ਸਿੰਘ ਜੀ, ਬਹੁਤ ਸਾਰੇ ਨਵੇਂ ਅਪਡੇਟਸ, ਨਵੇਂ ਰੂਲਿੰਗ ਆਈਆਂ ਇੱਥੇ ਅਮਰੀਕਾ 'ਚ। ਮੈਕਸੀਕੋ ਦਾ ਬਾਰਡਰ ਆ ਜਿਸ ਤਰ੍ਹਾਂ, ਉਹਦੇ ਬਾਰੇ ਕੀ ਅਪਡੇਟ ਆ ਜੀ ਹੁਣ? ਤੁਹਾਨੂੰ ਯਾਦ ਹੋਊਗਾ ਰੰਧਾਵਾ ਸਾਹਿਬ, ਆਪਾਂ ਪਿਛਲੀ ਵਾਰੀ ਦੱਸਿਆ ਸੀ ਵੀ US ਸੁਪਰੀਮ ਕੋਰਟ ਨੇ ਇਹ ਕਿਹਾ ਵੀ ਜਿਹੜਾ ਰਿਮੇਨ ਇਨ ਮੈਕਸੀਕੋ ਹੈਗੀ ਪਾਲਿਸੀ ਜੀ ਉਹ ਠੀਕ ਆ, ਕਿਉਂਕਿ ਪਹਿਲਾਂ ਇਹਨਾਂ ਨੇ ਖਤਮ ਕਰਤੀ ਸੀ ਕਿ ਰਿਮੇਨ ਇਨ ਮੈਕਸੀਕੋ ਇਸ ਐਡਮਿਨਿਸਟ੍ਰੇਸ਼ਨ ਨੇ, ਉਹ ਟਰੰਪ ਨੇ ਸ਼ੁਰੂ ਕੀਤੀ ਸੀ ਕਿਸੇ ਵੇਲੇ। ਜੀ ਫਿਰ ਉਦੋਂ ਬਾਅਦ ਕੁਝ ਸਟੇਟਾਂ ਨੇ ਜਿਨ੍ਹਾਂ ਵਿੱਚ ਟੈਕਸਸ ਸੀਗਾ ਸੂਹ ਕੀਤਾ ਗੌਰਮੈਂਟ ਨੂੰ ਡਿਸਟ੍ਰਿਕਟ ਕੋਰਟ 'ਚ। ਡਿਸਟ੍ਰਿਕਟ ਕੋਰਟ ਜੱਜ ਨੇ ਕਿਹਾ ਵੀ ਰਿਮੇਨ ਇਨ ਮੈਕਸੀਕੋ ਪਾਲਿਸੀ ਹੋਣੀ ਚਾਹੀਦੀ ਆ ਜੀ। ਇਹਨਾਂ ਨੇ ਸਰਕਟ ਕੋਰਟ 'ਚ ਅਪੀਲ ਕੀਤੀ, ਉਹਨਾਂ ਨੇ ਵੀ ਕਿਹਾ ਵੀ ਉਹਦਾ ਫੈਸਲਾ ਠੀਕ ਆ, ਤੇ ਸੁਪਰੀਮ ਕੋਰਟ ਕੋਲ ਕੇਸ ਗਿਆ, ਸੁਪਰੀਮ ਕੋਰਟ ਨੇ ਵੀ ਕਿਹਾ ਵੀ ਉਹ ਠੀਕ ਆ। ਜੀ ਹੁਣ ਇੱਕ ਨਵਾਂ ਫੈਸਲਾ ਆਇਆ ਇੱਕ ਡਿਸਟ੍ਰਿਕਟ ਕੋਰਟ ਦੇ ਜੱਜ ਦਾ ਜੀ ਤੇ ਉਹਨੇ ਕਿਹਾ ਕਿ ਫੈਡਰਲ ਜੱਜ ਸੇਜ਼ ਫੋਰਸਿੰਗ ਅਸਾਈਲਮ ਸੀਕਰਸ ਟੂ ਵੇਟ ਇਨ ਮੈਕਸੀਕੋ ਇਜ਼ ਇਲੀਗਲ। ਓਕੇ। ਉਹਨੇ ਕਿਹਾ ਵੀ ਜੇ ਤੁਸੀਂ ਅਸਾਈਲਮ ਸੀਕਰਸ ਨੂੰ ਕਹਿੰਦੇ ਆ ਵੀ ਉੱਥੇ ਰਹੀ ਚੱਲੋ ਮੈਕਸੀਕੋ 'ਚ, ਉਹ ਵੈਸੇ ਇਲੀਗਲ ਆ। ਸੋ ਇਹ ਹੁਣ ਨਵਾਂ ਡਿਸੀਜਨ ਆਇਆ ਇੱਕ ਰੀਸੈਂਟਲੀ, ਜਿਹੜਾ ਕਿ 27 ਅਗਸਤ ਦਾ, ਪਿਛਲੇ ਹਫਤੇ ਦਾ। ਤੇ ਉਹਨਾਂ ਨੇ ਕਿਹਾ ਕਿ a federal judge ruled Thursday that a US government's practice of denying migrants a chance to apply for asylum on Mexican border until space opens up is unconstitutional। ਜੀ। ਸੋ ਉਹਨਾਂ ਨੇ ਕਿਹਾ ਵੀ ਜਿਹੜਾ ਇਹ ਹੈਗਾ ਵੀ ਉੱਥੇ ਰਹੀ ਚਲੋ ਤੇ ਇੱਥੇ ਆਉਣ ਦੀ ਇਜਾਜ਼ਤ ਨਹੀਂ ਦੇਣੀ, ਤੇ ਅਸਾਈਲਮ ਜਿਹੜਾ ਹੈਗਾ ਉਹ ਜਦੋਂ ਮੌਕਾ ਹੋਊਗਾ ਉਦੋਂ ਕਰਿਓ ਅਪਲਾਈ, ਵੀ ਇਹ ਅਨਕਨਸਟੀਟਿਊਸ਼ਨਲ ਆ। ਵੀ ਜਿਹੜਾ ਲਾਅ ਹੈਗਾ ਉਹ ਇਹ ਕਹਿੰਦਾ ਵੀ ਜਦੋਂ ਵੀ ਬੰਦਾ ਇੱਥੇ ਆ ਗਿਆ ਬਾਰਡਰ 'ਤੇ ਉਹ ਅਸਾਈਲਮ ਅਪਲਾਈ ਕਰ ਸਕਦਾ। ਸੋ ਤੁਸੀਂ ਉਹਨੂੰ ਇਹ ਗੱਲ ਨੂੰ ਡਿਨਾਈ ਨਹੀਂ ਕਰ ਸਕਦੇ। ਤੇ ਹੁੰਦਾ ਕੀ ਆ ਵੀ ਜਿਹੜਾ US ਹੈਗਾ, ਇਹ ਜਦੋਂ ਬੰਦੇ ਇੱਥੇ ਆਉਂਦੇ ਆ ਤਾਂ ਉਹ ਦੇਖ ਲੈਂਦੇ ਨੇ ਵੀ ਕਿੰਨੇ ਕੁ ਬੰਦਿਆਂ ਦਾ ਅਪਲਾਈ ਕਰਾਉਣਾ ਅਸਾਈਲਮ। ਜੀ। ਇਹ ਜਿਹੜੀ ਪ੍ਰੈਕਟਿਸ ਹੈਗੀ ਆ ਇਹਨੂੰ ਕਹਿੰਦੇ ਮੀਟਰਿੰਗ, ਤੇ 2016 ਤੋਂ ਚੱਲ ਰਹੀ ਆ। ਤੇ ਇਹਦੇ ਵਿੱਚ ਇਹ ਹੈਗਾ ਵੀ 2018 ਦੇ ਵਿੱਚ ਇਹਨੂੰ ਹੋਰ ਐਕਸਪੈਂਡ ਕਰਤਾ ਸੀਗਾ ਟਰੰਪ ਨੇ। ਜੀ। ਤੇ ਇਹ 'ਚ ਵੇਟਿੰਗ ਲਿਸਟ ਹੁੰਦੀ ਆ ਕਿ ਉਹ ਵੇਟਿੰਗ ਲਿਸਟ ਦੇ ਮੁਤਾਬਕ ਹੀ ਬੰਦਿਆਂ ਨੂੰ ਅਪਲਾਈ ਕਰਾਇਆ ਜਾਂਦਾ। ਜੀ। ਤੇ ਉਹ ਹੁਣ ਜੱਜ ਸਾਹਿਬ ਨੇ ਕਿਹਾ ਵੀ ਇਹ ਵੇਟਿੰਗ ਲਿਸਟ ਹੀ ਗਲਤ ਆ, ਕਿਉਂਕਿ ਅਮਰੀਕਾ ਦੇ ਕਾਨੂੰਨ ਦੇ ਵਿੱਚ ਕਿਤੇ ਨਹੀਂ ਲਿਖਿਆ ਗਿਆ ਕਿ ਅਸਾਈਲਮ ਵਾਲਿਆਂ ਦਾ ਕੋਈ ਵੇਟਿੰਗ ਲਿਸਟ ਹੋਊਗੀ ਜਾਂ ਕੈਪ ਨੰਬਰ ਹੋਊਗਾ ਜਾਂ ਵੀਜ਼ਾ ਨੰਬਰ ਹੋਊਗਾ। ਜਿਵੇਂ ਹੋਰਾਂ ਕੈਟੇਗਰੀਆਂ ਦੇ F4 ਕੈਟੇਗਰੀ ਦਾ ਵੀਜ਼ਾ ਨੰਬਰ F3 ਦਾ, ਅਸਾਈਲਮ ਵਾਲਿਆਂ ਦਾ ਕੋਈ ਵੀਜ਼ਾ ਨੰਬਰ ਇੱਦਾਂ ਦਾ ਹੈ ਨਹੀਂ। ਨਾ ਹੀ ਇਹ ਆ ਕਿ ਇੰਨੇ ਬੰਦੇ ਹੀ ਕਰ ਸਕਦੇ ਆ ਸਾਲ 'ਚ। ਸੋ ਜਦੋਂ ਉਹ ਕੁਛ ਹੈ ਨਹੀਂ ਗਾ ਤਾਂ ਇਹ ਆਪਣੇ ਕੋਲੋਂ ਕਿੱਦਾਂ ਜਿਹੜਾ ਹੈਗਾ ਲਾ ਸਕਦੇ ਆ ਵੀ ਇੰਨੇ ਬੰਦੇ ਹੀ ਕਰ ਸਕਦੇ, ਇੰਨੇ ਨਹੀਂ ਕਰ ਸਕਦੇ। ਉਹਦੇ ਕਰਕੇ ਉਹਨੇ ਕਿਹਾ ਵੀ ਇਹ ਅਨਕਨਸਟੀਟਿਊਸ਼ਨਲ ਆ, ਤੇ ਜਿਹੜੀ ਵੇਟਿੰਗ ਲਿਸਟ ਹੈਗੀ ਆ ਉਹ ਨਹੀਂ ਹੋਣੀ ਚਾਹੀਦੀ। ਜਿਹੜਾ ਵੀ ਬੰਦਾ ਆਉਂਦਾ ਉਹਦਾ ਤੁਸੀਂ ਅਪਲਾਈ ਕਰੋ। ਤੇ ਇਹ ਜਿਹੜਾ ਲਾਅ ਹੈਗਾ ਉਹਦੇ ਉਲਟਾ। ਤੇ ਦ ਜੱਜ ਫਾਊਂਡ ਇਨ ਅ 45 ਪੇਜ ਰੂਲਿੰਗ ਦੈਟ ਦ ਪ੍ਰੈਕਟਿਸ ਵਾਇਲੇਟਡ ਕਨਸਟੀਟਿਊਸ਼ਨਲ ਰਾਈਟਸ ਟੂ ਡਿਊ ਪ੍ਰੋਸੈਸ ਅੰਡਰ ਦ ਲਾਅ ਐਂਡ ਅ ਫੈਡਰਲ ਲਾਅ ਰਿਕੁਆਇਰਿੰਗ ਆਫੀਸ਼ੀਅਲਸ ਟੂ ਸਕਰੀਨ ਐਨੀਵਨ ਹੂ ਸ਼ੋਜ਼ ਅਪ ਟੂ ਸੀਕ ਅਸਾਈਲਮ। ਜੀ। ਉਹਨਾਂ ਦੀ 45 ਪੇਜ ਦੀ ਰੂਲਿੰਗ ਆ, ਤੇ ਉਹਨਾਂ ਨੇ ਇਹ ਗੱਲ ਕਹੀ ਆ ਵੀ ਜਿਹੜੇ ਡਿਊ ਪ੍ਰੋਸੈਸ ਹੈਗਾ ਕਨਸਟੀਟਿਊਸ਼ਨ ਦੇ ਅੰਡਰ ਕਲੌਜ਼, ਉਹਦੀ ਇਹ ਵਾਇਲੇਸ਼ਨ ਹੈਗੀ ਆ, ਤੇ ਜਿਹੜਾ ਫੈਡਰਲ ਲਾਅ ਹੈਗਾ ਉਹਦੀ ਵੀ ਵਾਇਲੇਸ਼ਨ ਹੈਗੀ ਆ। ਜੀ। ਤੇ ਉਹਨਾਂ ਨੇ ਕਿਹਾ ਕਿ ਇਹ ਜਿਹੜਾ ਇੱਥੇ ਬੰਦੇ ਆਉਂਦੇ ਆ ਉਹ ਸਾਰਿਆਂ ਨੂੰ ਹੀ ਅਪਲਾਈ ਕਰਾਉਣਾ ਚਾਹੀਦਾ। ਤੁਸੀਂ ਉਹਦੇ ਵਿੱਚ ਕੋਟਾ ਸਿਸਟਮ ਨਾ ਰੱਖੋ ਵੀ ਇੰਨੇ ਬੰਦੇ ਕਰ ਸਕਦੇ, ਇੰਨਿਆਂ ਨੂੰ ਫੇਰ ਕਰਾਵਾਂਗੇ। ਓਕੇ। ਸੋ ਇਹ ਇੱਕ ਨਵੀਂ ਰੂਲਿੰਗ ਆ। ਇਹਦੇ 'ਚ ਮੈਂ ਐਜ਼ ਜਿਸ ਤਰ੍ਹਾਂ ਤੁਸੀਂ ਅਟਾਰਨੀ ਐਟ ਲਾਅ ਹੈਗੇ ਹੋ, ਤੁਹਾਡੇ ਹਿਸਾਬ ਨਾਲ ਕੀ ਇਹ ਇਫੈਕਟ ਪਊਗਾ ਜਿਹੜੇ ਅਸਾਈਲਮ ਸੀਕਰ? ਇਹ ਪਹਿਲੀ ਗੱਲ ਤਾਂ ਇਹ ਅਪੀਲ ਹੋ ਜਾਣੀ ਆ ਕਿ ਇਹਨੂੰ ਕਿਸੇ ਨਾ ਕਿਸੇ ਨੇ ਮਤਲਬ ਅਪੀਲ ਕਰ ਦੇਣਾ ਅੱਗੇ। ਓਕੇ। ਤੇ ਜੇ ਅਪੀਲ ਹੁੰਦੀ ਆ ਫਿਰ ਦੇਖਣਾ ਉੱਪਰਲੀਆਂ ਕੋਰਟਾਂ ਕੀ ਕਰਦੀਆਂ। ਹੁਣ ਸੁਪਰੀਮ ਕੋਰਟ ਦਾ ਰੁਖ ਆਪਾਂ ਨੂੰ ਪਤਾ ਹੀ ਆ ਕੀ ਆ। ਜੀ। ਤੇ ਜੇ ਅਪੀਲ ਨਹੀਂ ਹੁੰਦੀ ਤੇ ਫਿਰ ਇਹ ਰੂਲਿੰਗ ਜਿਹੜੀ ਆ ਉਹਦਾ ਅਸਾਈਲਮ ਸੀਕਰ ਜਿਹੜੇ ਮੈਕਸੀਕੋ ਬਾਰਡਰ 'ਤੇ ਆਉਂਦੇ ਉਹਨਾਂ ਨੂੰ ਫਾਇਦਾ ਹੋਊਗਾ, ਕਿਉਂਕਿ ਰੂਲਿੰਗ ਇਹ ਕਹਿੰਦੀ ਆ ਬੇਸਿਕਲੀ ਕਿ ਤੁਸੀਂ ਉਹਨਾਂ ਨੂੰ ਜਿਹੜਾ ਹੈਗਾ ਉਹ ਉੱਥੇ ਕੋਟਾ ਸਿਸਟਮ ਨਹੀਂ ਕਰ ਸਕਦੇ ਵੀ ਇੰਨੇ ਬੰਦੇ ਅਸੀਂ ਐਂਟਰੀ ਦੇਣੀ ਆ ਜਾਂ ਇੰਨੇ ਹੀ ਅਸਾਈਲਮ ਅਪਲਾਈ ਕਰਨਗੇ। ਜੀ। ਤੇ ਇਸ ਤੋਂ ਵੱਧ ਬੰਦੇ ਨਹੀਂ ਕਰ ਸਕਦੇ, ਕਿਉਂਕਿ ਅਸਾਈਲਮ ਦੇ ਲਾਅ ਦੇ ਵਿੱਚ ਇਹੋ ਜਿਹਾ ਕੋਈ ਕੋਟਾ ਨਹੀਂ ਹੈਗਾ। ਜੀ। ਤੇ ਉਹ ਫਿਰ ਰੂਲਿੰਗ ਦਾ ਫਾਇਦਾ ਜਿਹੜੇ ਬੰਦੇ ਆਉਂਦੇ ਆ ਉਹਨਾਂ ਨੂੰ ਹੋਊਗਾ, ਉਹਨਾਂ ਨੂੰ ਉੱਥੇ ਜ਼ਿਆਦਾ ਵੇਟ ਨਹੀਂ ਕਰਨੀ ਪਊਗੀ। ਜੀ। ਇੱਕ ਹੋਰ ਨਵੀਂ ਜੱਜਮੈਂਟ ਆਈ ਹੈ ਜੀ ਇੱਕ ਜੱਜ ਵੱਲੋਂ, ਕਿਸੇ ਵੱਲੋਂ, ਕਿ ਜਿਹੜਾ ਅਬੋਰਸ਼ਨ ਸਿਸਟਮ ਜਿਹੜਾ ਹੈਗਾ ਉਹਦੇ ਬਾਰੇ ਕੋਈ ਨਵਾਂ
ਨਹੀਂ ਇਸ ਤਰ੍ਹਾਂ ਹੈਗਾ ਕਿ ਜਿਹੜੀ ਟੈਕਸਸ ਸਟੇਟ ਨੇ ਕਾਨੂੰਨ ਬਣਾਇਆ ਜੀ, ਉਹ ਕਾਨੂੰਨ ਜਿਹੜਾ ਹੈਗਾ ਉਹ ਅਮਰੀਕਾ ਦੇ ਵਿੱਚ ਜਿੰਨੇ ਵੀ ਅਬੋਰਸ਼ਨ ਦੇ ਲਾਅ ਨੇ ਸਾਰਿਆਂ ਤੋਂ ਜਾਣੀ ਕਿ ਸਖਤ ਆ ਹੁਣ ਤੱਕ ਦਾ। ਓਕੇ, ਉਹ ਲਾਅ ਇਹ ਕਹਿੰਦਾ ਵੀ 6 ਵੀਕ ਦੀ ਪ੍ਰੈਗਨੈਂਸੀ ਤੋਂ ਬਾਅਦ ਅਬੋਰਸ਼ਨ ਜਿਹੜੀ ਆ ਉਹ 'ਤੇ ਬੈਨ ਲਾਤਾ ਵੀ ਅਬੋਰਸ਼ਨ ਹੁਣ ਨਹੀਂ ਹੋ ਸਕਦੀ। ਓਕੇ, ਟੈਕਸਸ ਦੇ ਵਿੱਚ। ਤੇ ਜਿਹੜਾ ਰੋ ਵੀ ਵਰਸਸ ਕੇਸ ਹੈ ਕਿ ਪਹਿਲਾਂ ਸੁਪਰੀਮ ਕੋਰਟ ਦਾ 1970s ਦਾ ਡਿਸਾਈਡ ਹੋਇਆ ਇਸ ਇਸ਼ੂ ਤੇ, ਉੱਥੇ ਕੋਈ ਇਦਾਂ ਦੀ ਜਿਹੜੀ ਹੈਗੀ ਆ 6 ਵੀਕ ਜਾਂ 8 ਵੀਕ ਦੀ ਪਾਬੰਦੀ ਨਹੀਂ ਹੈਗੀ। ਓਕੇ, ਤੇ ਉਹ ਜਿਹੜਾ ਲਾਅ ਸੀਗਾ ਉਹਨੂੰ ਚੈਲੰਜ ਕੀਤਾ ਗਿਆ, ਜਿਹੜਾ ਟੈਕਸਸ ਨੇ ਬਣਾਇਆ, ਤੇ ਉਹ ਚੈਲੰਜ ਕੀਤਾ ਗਿਆ ਤੇ ਹੌਲੀ ਹੌਲੀ ਉਹ ਪਹੁੰਚ ਗਿਆ ਸੁਪਰੀਮ ਕੋਰਟ 'ਚ। ਓਕੇ, ਤੇ ਸੁਪਰੀਮ ਕੋਰਟ ਨੇ ਕਿਹਾ ਵੀ ਇਹ ਜਿਹੜੀ ਲਾਅ ਆ ਠੀਕ ਆ, ਅਸੀਂ ਇਹ 'ਚ ਇੰਟਰਫੀਅਰ ਨਹੀਂ ਕਰਨਾ। ਠੀਕ ਹੈ। ਉਹਨਾਂ ਨੇ ਉਹ ਲਾਅ ਨੂੰ ਸਟੇ ਕਰਨ ਤੇ ਜਾਂ ਬਲੌਕ ਕਰਨ ਤੇ ਰੋਕਤਾ। ਜੀ ਜੀ, ਉਹਨਾਂ ਨੇ ਕਿਹਾ ਵੀ ਇਹ ਕਾਨੂੰਨ ਹੈ, ਇਹਦਾ ਜਿਹੜਾ ਇਫੈਕਟ ਹੈਗਾ ਉਹ ਹੋਊਗਾ, ਤੇ ਉਹਨਾਂ ਨੇ ਉਹਨੂੰ ਜਾਣੀ ਕਿ ਇਸ ਪੁਆਇੰਟ ਤੇ ਬਲੌਕ ਨਹੀਂ ਕੀਤਾ। ਓਕੇ, ਪਰ ਇਹ ਹੋਰਾਂ ਗਰਾਊਂਡਸ ਤੇ ਚੈਲੰਜ ਹੋਊਗਾ ਵੀ ਜਿੱਦਾਂ ਕਈ ਜਿਹੜੇ ਗਰੁੱਪਸ ਹੈਗੇ ਇਹਨੂੰ ਚੈਲੰਜ ਕਰਨਗੇ। ਉਹ 'ਚ ਉਹਨਾਂ ਨੇ ਇਹ ਵੀ ਕਿਹਾ ਵੀ ਜੇ ਕੋਈ ਬੰਦਾ ਏਡ ਕਰਦਾ ਅਬੋਰਸ਼ਨ 'ਚ, ਜਿਵੇਂ ਕੋਈ ਲਿਫਟ ਵਾਲਾ, ਕੋਈ ਊਬਰ ਵਾਲਾ, ਕੋਈ ਟੈਕਸੀ ਵਾਲਾ, ਉਹ ਲੈ ਕੇ ਜਾਂਦਾ ਕਿਸੇ ਕਲੀਨਿਕ ਦੇ ਵਿੱਚ ਕਿਸੇ ਨੂੰ ਅਬੋਰਸ਼ਨ ਕਰਾਉਣ, ਉਹਦੇ ਤੇ ਵੀ ਕੇਸ ਹੋ ਸਕਦਾ। ਓਕੇ, ਤੇ ਕੋਈ ਵੀ ਬੰਦਾ ਪਬਲਿਕ ਦਾ ਉੱਠ ਕੇ ਕੇਸ ਕਰ ਸਕਦਾ। ਸੋ ਇਦਾਂ ਦੇ ਉਹ ਮਤਲਬ ਕਾਫੀ ਜ਼ਿਆਦਾ ਬੰਦਿਸ਼ਾਂ ਹੈਗੀਆਂ ਉਹਦੇ, ਜਿਹੜੀਆਂ ਕਿ ਅਨਯੂਜੂਅਲ ਹੈਗੀਆਂ ਇੱਕ ਅਮਰੀਕਾ ਵਰਗੀ ਕੰਟਰੀ ਦੇ ਵਿੱਚ। ਓਕੇ, ਸੋ ਇਹ ਫਿਲਹਾਲ ਉਹਨਾਂ ਨੇ ਕਹਿਤਾ ਵੀ ਅਸੀਂ ਇਹਨੂੰ ਨਹੀਂ ਰੋਕਣਾ। ਤੋਂ 5 ਜੱਜ ਇਹਦੇ ਹੱਕ 'ਚ ਸੀਗੇ, 4 ਖਿਲਾਫ ਸੀ। ਉੱਥੋਂ ਰੁਕ ਬਲਾ ਸੁਪਰੀਮ ਕੋਰਟ ਦਾ ਵੀ। ਸੁਪਰੀਮ ਕੋਰਟ ਹੁਣ ਜਿਹੜੀ ਹੈਗੀ ਆ ਉਹ ਕੰਜ਼ਰਵੇਟਿਵ ਕੋਰਟ ਹੈਗੀ ਹੈ, ਜ਼ਿਆਦਾ ਜਿਹੜੇ ਪੁਆਇੰਟੀ ਬੰਦੇ ਹੈਗੇ ਟਰੰਪ ਦੇ ਕੀਤੇ ਹੋਏ। ਓਕੇ, ਉਹ ਫਿਰ ਜਿਹੜੇ ਇੱਦਾਂ ਦੇ ਇਸ਼ੂਜ਼ ਨੇ ਉਹਦੇ ਉੱਤੇ ਜਿਹੜਾ ਸਟੈਂਡ ਹੈਗਾ ਕੰਜ਼ਰਵੇਟਿਵ ਸਟੈਂਡ ਉਹ ਲੈ ਲੈਂਦੇ ਆ। ਓਕੇ, ਓਕੇ, ਪਰ ਇਹ ਅੱਡ-ਅੱਡ ਗਰੁੱਪਾਂ ਵੱਲੋਂ ਫਿਰ ਦੁਬਾਰਾ ਚੈਲੰਜ ਹੋਊਗਾ ਤੇ ਇਹ ਉੱਪਰ ਤੱਕ ਜਾਊਗਾ। ਫਿਰ ਉਸ ਟਾਈਮ ਦੇਖਾਂਗੇ ਕੀ ਰੁਖ ਬਣਦਾ। ਓਕੇ, ਚੇਂਜ ਵੀ ਹੋ ਸਕਦਾ। ਉਹਨਾਂ ਨੇ ਚੇਂਜ ਹੋ ਸਕਦਾ। ਅਜੇ ਉਹਨਾਂ ਨੇ ਕਿਹਾ ਵੀ ਅਸੀਂ ਇਹਨੂੰ ਬਲੌਕ ਨਹੀਂ ਕਰਦੇ। ਜੀ ਜੀ, ਕਿਉਂਕਿ ਉਹਨਾਂ ਅੱਗੇ ਕੇਸ ਇਹ ਸੀਗਾ ਵੀ ਇਹਨੂੰ ਰੋਕ ਦਿਓ ਇੰਪਲੀਮੈਂਟ ਹੋਣ ਲਈ, ਸਟੇ ਕਰ ਦਿਓ। ਉਹ ਉਹਨਾਂ ਨੇ ਨਹੀਂ ਕੀਤੀ ਸਟੇ। ਓਕੇ, ਓਕੇ, ਕੋਈ ਹੋਰ ਇਮੀਗ੍ਰੇਸ਼ਨ ਸੰਬੰਧੀ ਕੋਈ ਹੋਵੇ ਨਵੀਂ ਜਾਣਕਾਰੀ? ਇਮੀਗ੍ਰੇਸ਼ਨ ਸੰਬੰਧੀ ਇੱਕ ਹੋਰ ਕੇਸ ਹੈ ਬੜਾ ਇੰਪੋਰਟੈਂਟ। ਉਹਦੇ ਵਿੱਚ ਇੱਕ ਇਮੀਗ੍ਰੇਸ਼ਨ ਜਿਹੜੇ ਦੇ ਸੰਬੰਧੀ ਤੇ ਫੈਡਰਲ ਕੋਰਟ ਦੇ ਜੱਜ ਸਾਹਿਬ ਨੇ ਕਿਹਾ ਕਿ ਜਿਹੜੀ ਫੈਲਨੀ ਰੀ-ਐਂਟਰੀ ਆ ਉਹ ਅਨਕਨਸਟੀਟਿਊਸ਼ਨਲ ਹੈਗੀ ਆ, ਉਹਨੂੰ ਕ੍ਰਿਮੀਨਲ ਇਹ ਕਹਿਣਾ ਵੀ ਉਹ ਕ੍ਰਿਮੀਨਲ ਐਕਟ ਆ। ਓਕੇ, ਸੋ ਫੈਡਰਲ ਜੱਜ ਰੂਲਡ ਫॉर द फर्स्ट टाइम in US history that a provision of US immigration law which makes it a felony for someone to re-enter the United States after having been deported is unconstitutional because of its racist origins। ਉਹ ਇਹ ਕਹਿ ਰਹੇ ਆ ਕਿ 1929 ਦੇ ਵਿੱਚ ਇੱਕ ਲਾਅ ਬਣਿਆ ਸੀ ਇੱਥੇ, ਜਿਹੜਾ ਕਿ ਇਹਦਾ ਨਾਂ ਸੀ US ਇਮੀਗ੍ਰੇਸ਼ਨ ਲਾਅ 1929। ਉਹਦੇ ਵਿੱਚ ਲਿਖਿਆ ਗਿਆ ਸੀ ਵੀ ਜਿਹੜਾ ਬੰਦਾ ਅਨਲੌਫਲੀ ਐਂਟਰ ਕਰਦਾ ਉਹਨੂੰ ਮਿਸਡਮੀਨਰ, ਜਿਹੜਾ ਇੱਕ ਮਤਲਬ ਕ੍ਰਿਮੀਨਲ ਇੱਕ ਹੁੰਦੀ ਆ, ਇੱਕ ਮਿਸਡਮੀਨਰ ਹੁੰਦਾ, ਇੱਕ ਫੈਲਨੀ ਹੁੰਦੀ ਆ, ਵੀ ਕ੍ਰਿਮੀਨਲ ਚਾਰਜ ਹੁੰਦਾ ਉਹ। ਓਕੇ, ਤੇ ਉਹਨੂੰ ਤੁਸੀਂ ਕ੍ਰਿਮੀਨਲ ਕੋਰਟ ਦੇ ਵਿੱਚ ਮਿਸਡਮੀਨਰ ਦੇ ਤੌਰ ਤੇ ਚਾਰਜ ਕਰ ਸਕਦੇ ਹੋ। ਓਕੇ, ਤੇ ਉਸ ਤੋਂ ਬਾਅਦ ਉਹਨਾਂ ਨੇ ਕਿਹਾ ਸੀ ਵੀ ਜੇ ਉਹ ਬੰਦਾ ਵਾਪਸ ਡਿਪੋਰਟ ਹੋ ਜਾਂਦਾ ਇੱਥੋਂ ਤੇ ਉਹ ਫੇਰ ਆਉਂਦਾ ਡਿਪੋਰਟ ਹੋਣ ਤੋਂ ਬਾਅਦ, ਜੀ ਜੀ, ਤਾਂ ਉਹਨੂੰ ਤੁਸੀਂ ਜਿਹੜਾ ਹੈਗਾ ਉਹ ਥੋੜੀ ਸਖਤੀ ਕਰੋ ਤੇ ਉਹਨੂੰ ਐਜ਼ ਏ ਫੈਲਨੀ ਚਾਰਜ ਕਰੋ। ਓਕੇ, ਫੈਲਨੀ ਦੀ ਸਜ਼ਾ ਜ਼ਿਆਦਾ ਹੁੰਦੀ ਆ, ਉਹ ਜ਼ਿਆਦਾ ਸੀਰੀਅਸ ਕ੍ਰਾਈਮ ਹੁੰਦਾ। ਓਕੇ, ਤੇ ਇਹ ਜਿਹੜਾ ਲਾ ਹੈਗਾ ਇਹ ਚੱਲਦਾ ਗਿਆ ਅੱਗੇ ਤੋਂ ਅੱਗੇ, ਕਿਉਂਕਿ ਬੜਾ ਪੁਰਾਣਾ 1929 ਦਾ ਹੈਗਾ। ਓਕੇ, ਫਿਰ ਦੁਬਾਰਾ ਜਿਹੜਾ ਇਮੀਗ੍ਰੇਸ਼ਨ ਦਾ ਇੱਕ ਐਕਟ ਬਣਿਆ, ਉਹ ਐਕਟ ਜਿਹੜਾ ਸੀਗਾ ਉਹ ਬਣਿਆ ਪ੍ਰੈਜ਼ੀਡੈਂਟ ਜਦੋਂ ਕੈਨੇਡੀ ਹੁੰਦੇ ਸੀ ਪ੍ਰੈਜ਼ੀਡੈਂਟ, ਉਹਦੇ ਵਿੱਚ ਵੀ ਜਿਹੜੀਆਂ ਇਹਦੀਆਂ ਪ੍ਰੋਵੀਜ਼ਨਸ ਹੈਗੀਆਂ ਉਹ ਇਨਕੋਰਪੋਰੇਟ ਕੀਤੀਆਂ ਗਈਆਂ, ਉਹ ਰੱਖੀਆਂ ਗਈਆਂ। ਉਹ ਸੀਗਾ ਇਮੀਗ੍ਰੇਸ਼ਨ ਐਂਡ ਨੈਸ਼ਨੈਲਿਟੀ ਐਕਟ ਆਫ 1952। ਉਹਦੇ ਵਿੱਚ ਜਿਹੜੀਆਂ ਇਹਦੀਆਂ ਮਤਲਬ ਪ੍ਰੋਵੀਜ਼ਨਸ ਹੈਗੀਆਂ ਉਹ ਇਹੀ ਜਿਉਂ ਦੀਆਂ ਤਿਉਂ ਰੱਖੀਆਂ ਗਈਆਂ। ਇਹ ਐਕਟ ਜਿਹੜਾ 1952 ਵਾਲਾ ਇਹ ਕੈਨੇਡੀ ਤੋਂ ਪਹਿਲਾਂ ਬਣਿਆ, ਮਤਲਬ ਕੈਨੇਡੀ ਬਾਅਦ 'ਚ ਬਣਿਆ। ਕੈਨੇਡੀ ਦਾ ਜ਼ਿਕਰ ਮੈਂ ਇਸ ਕਰਕੇ ਕੀਤਾ ਵੀ ਕੈਨੇਡੀ ਨੇ ਇਮੀਗ੍ਰੇਸ਼ਨ ਦੇ ਲਾਅ ਦੇ ਵਿੱਚ ਕਾਫੀ ਚੇਂਜਸ ਕੀਤੀਆਂ, ਤੇ ਜਿਹੜੀ ਆ ਇਮੀਗ੍ਰੇਸ਼ਨ ਆਪਾਂ ਫੈਮਿਲੀ ਇਮੀਗ੍ਰੇਸ਼ਨ ਆ, ਜਿਹਦੀ ਬੇਸ ਤੇ ਬੰਦੇ ਆਪਣੇ ਮਾਂ-ਬਾਪ ਨੂੰ ਬੁਲਾਉਂਦੇ ਆ, ਭੈਣ ਭਰਾਵਾਂ ਨੂੰ ਬੁਲਾਉਂਦੇ ਆ, ਮੈਰਿਡ ਬੱਚਿਆਂ ਨੂੰ ਬੁਲਾਉਂਦੇ ਆ, ਇਹ ਜਦੋਂ ਪ੍ਰੈਜ਼ੀਡੈਂਟ ਕੈਨੇਡੀ ਬਣੇ ਪ੍ਰੈਜ਼ੀਡੈਂਟ, ਉਹਨਾਂ ਨੇ ਅਲਾਉ ਕੀਤਾ ਹੈ ਜੀ। ਇਮੀਗ੍ਰੇਸ਼ਨ ਦੇ ਵਿੱਚ ਉਹਨਾਂ ਨੇ ਸੋਧ ਕਰਕੇ ਇਹ ਲਿਆਂਦਾ, ਤੇ ਉਸ ਤੋਂ ਹੀ ਇਹ ਸ਼ੁਰੂ ਹੋਇਆ ਜਿਹੜਾ ਫੈਮਲੀਜ਼ ਦਾ ਅਪਲਾਈ ਹੁੰਦਾ, ਆ ਭਰਾ ਭੈਣ ਦਾ ਮਾਂ-ਬਾਪ ਦਾ। ਓਕੇ, ਇਹ ਤੋਂ ਪਹਿਲਾਂ ਨਹੀਂ ਸੀ। ਤੇ ਜਿਹੜਾ ਇਹ ਸੀਗੀ ਪ੍ਰੋਵੀਜ਼ਨ, ਇਹ ਜਿਹੜਾ 52 ਵਾਲਾ ਸੀ ਉਹਦੇ 'ਚ ਵੀ ਇਨਕੋਰਪੋਰੇਟ ਹੋਈ। ਬਾਅਦ ਦੇ ਵਿੱਚ ਵੀ ਜਿਹੜੇ ਲਾਅ ਬਣੇ ਉਹਨਾਂ ਵਿੱਚ ਵੀ ਉਹ ਰਹੀ, ਹੁਣ ਤੱਕ ਹੈਗੀ ਆ। ਓਕੇ, ਉਹ ਜਿਹੜੇ ਜੱਜ ਨੇ ਮਤਲਬ ਉਹਨਾਂ ਕੋਲੇ ਇਸ਼ੂ ਗਿਆ, ਉਹਨਾਂ ਨੇ ਕਿਹਾ ਵੀ ਇਹਦਾ ਰੇਸਿਸਟ ਰੀਜਨ ਆ,
ਵੀ ਜਿਹੜੀ ਇਹ ਪ੍ਰੋਵੀਜ਼ਨ ਆ ਜਦੋਂ ਇਹ ਐਡ ਕੀਤੀ ਗਈ 1929 ਦੇ ਵਿੱਚ ਜੀ ਉਦੋਂ ਇਹਦਾ ਮਤਲਬ ਸੀਗਾ ਕਿ ਜਿਹੜੇ ਹੈਗੇ ਆ ਇਹਦਾ ਸਿਸਟਮ ਸੀ ਕਿ ਜਿਹੜੇ ਯੂਰਪੀਅਨਸ ਨੇ ਉਹਨਾਂ ਨੂੰ ਅਮਰੀਕਾ ਤੋਂ ਬਾਹਰ ਰੱਖਣਾ। ਓਕੇ ਤੇ ਉਹ ਟਾਰਗੇਟ ਕੀਤਾ ਗਿਆ ਮਤਲਬ ਯੂਰਪੀਅਨਸ ਨੂੰ, ਤੇ ਜਿਹੜਾ 1952 ਦੇ ਵਿੱਚ ਇਹਨੂੰ ਰੱਖਿਆ ਗਿਆ ਉਹਦੇ 'ਚ ਟਾਰਗੇਟ ਕੀਤਾ ਗਿਆ ਜਿਹੜੇ ਹਿਸਪੈਨਿਕ ਲੋਕ ਨੇ ਮੈਕਸੀਕੋ ਤੋਂ ਆਉਂਦੇ ਆ। ਓਕੇ। ਤੇ ਅਮਰੀਕਾ ਦਾ ਕਾਨੂੰਨ ਕਿਸੇ ਨੂੰ ਇਸ ਗੱਲ ਤੇ ਡਿਸਕ੍ਰਿਮੀਨੇਟ ਨਹੀਂ ਕਰ ਸਕਦਾ ਵੀ ਬੰਦਾ ਇਹ ਮੈਕਸੀਕਨ ਹੈ ਜਾਂ ਇਹ ਯੂਰਪ ਤੋਂ ਆਇਆ ਜਾਂ ਰਸ਼ੀਅਨ ਹੈ ਜਾਂ ਫਲਾਣਾ, ਉਹ ਇਹਦੇ ਆਧਾਰ ਤੇ ਤੁਸੀਂ ਲਾ ਨਹੀਂ ਬਣਾ ਸਕਦੇ। ਪਰ ਜਿਹੜਾ ਇਹ ਲਾ ਬਣਿਆ ਉਹਦੇ ਪਿੱਛੇ ਇਹ ਪਰਪਸ ਸੀਗਾ at the time the provision was first enacted into the law 1929 the US immigration system was based on a racist quota system। ਉਦੋਂ ਜਾਨੀ ਕਿ ਕੋਟੇ ਸਿਸਟਮ ਤੇ ਇਮੀਗ੍ਰੇਸ਼ਨ ਮਿਲਦੀ ਸੀ ਜਿਹੜਾ ਕਿ ਰੇਸਿਸਟ ਸੀਗਾ। ਓਕੇ। ਤੇ ਇਹ ਜਿਹੜਾ ਲਾ ਹੈਗਾ ਇਟ ਵਾਸ ਇੰਟੈਂਡਡ ਟੂ ਕੀਪ ਦਾ ਸਦਰਨ ਐਂਡ ਈਸਟਰਨ ਯੂਰਪੀਅਨਸ ਆਊਟ ਆਫ ਯੂਨਾਈਟਿਡ ਸਟੇਟਸ। ਉਦੋਂ ਲੋਕ ਆਉਂਦੇ ਹੋਣਗੇ ਸਦਰਨ ਤੇ ਈਸਟਰਨ ਯੂਰਪ ਤੋਂ ਜਿਨ੍ਹਾਂ ਨੂੰ ਇਹ ਰੋਕਣਾ ਚਾਹੁੰਦੇ ਸੀ। ਓਕੇ। ਤੇ ਉਹਨਾਂ ਨੂੰ ਰੋਕਣ ਵਾਸਤੇ ਉਹਨਾਂ ਨੇ ਇਹ ਲਾ ਉਦੋਂ ਬਣਾਇਆ ਸੀ 1929 'ਚ, ਤੇ ਉਹ ਅੱਜ ਤੱਕ ਚੱਲੀ ਜਾਂਦਾ। ਤੇ ਉਹ ਜੱਜ ਨੇ ਕਿਹਾ ਵੀ ਜਿਹੜਾ ਅਮਰੀਕਾ ਦਾ ਕਨਸਟੀਟਿਊਸ਼ਨ ਆ ਉਹ ਇਹੋ ਜਿਹੀ ਕੋਈ ਡਿਸਕ੍ਰਿਮੀਨੇਸ਼ਨ ਨਹੀਂ ਕਰਦਾ ਜੀ ਰੇਸ ਦੀ ਬੇਸ ਤੇ ਜਾਂ ਏਰੀਆ ਦੀ ਬੇਸ ਤੇ ਵੀ ਕਿੱਥੋਂ ਆ ਰਿਹਾ ਬੰਦਾ ਇਹਨੂੰ ਨਾ ਆਉਣ ਦਿਓ। ਤੇ ਇਸ ਕਰਕੇ ਇਹ ਜਿਹੜਾ ਲਾ ਹੈ ਜਿਹੜਾ ਕਹਿੰਦਾ ਵੀ ਜੇ ਤੁਸੀਂ ਇੱਥੇ ਇਲੀਗਲ ਐਂਟਰ ਕਰੋਗੇ ਤੁਹਾਨੂੰ ਮਿਸਡਿਮੀਨਰ ਚਾਰਜ ਹੋਊਗਾ, ਜੇ ਤੁਹਾਨੂੰ ਡਿਪੋਰਟ ਕੀਤਾ ਜਾਂਦਾ ਤੁਸੀਂ ਫੇਰ ਦੁਬਾਰਾ ਆ ਜਾਂਦੇ ਆ ਤਾਂ ਫੈਲਨੀ ਤੇ ਚਾਰਜ ਕੀਤਾ ਜਾ ਸਕਦਾ ਕ੍ਰਿਮੀਨਲ। ਤੇ ਇਹ ਲਾ ਜਿਹੜਾ ਗਲਤ ਹੈਗਾ ਕਿਉਂਕਿ ਇਹਦੀ ਓਰੀਜਨ ਹੀ ਰੇਸਿਸਟ ਆ। ਓਕੇ। ਸੋ ਇਹ ਇੱਕ ਨਵਾਂ ਫੈਸਲਾ ਆਇਆ। ਇਹ ਆਮ ਤੌਰ ਤੇ ਵੈਸੇ ਮੈਂ ਦੱਸਦਾ ਆਪਣੇ ਦਰਸ਼ਕਾਂ ਦੀ ਜਾਣਕਾਰੀ ਲਈ ਕਿ ਆਮ ਤੌਰ ਤੇ ਇਹਨੂੰ ਇਨਫੋਰਸ ਨਹੀਂ ਕੀਤਾ ਜਾਂਦਾ ਜੀ। ਤੇ ਲਾ ਇਹ ਹੈਗਾ ਪਰ ਜਿੰਨੇ ਕੁ ਬੰਦੇ ਇੱਥੇ ਆਉਂਦੇ ਆ ਬਾਰਡਰ ਕ੍ਰਾਸ ਕਰਕੇ ਉਹਨਾਂ ਚੋਂ ਮੇਰਾ ਨਹੀਂ ਖਿਆਲ ਵੀ ਕਿਸੇ ਬੰਦੇ ਨੂੰ ਵੀ ਜਿਹੜਾ ਮਿਸਡਿਮੀਨਰ ਚਾਰਜ ਕੀਤਾ ਜਾਂਦਾ ਹੋਊਗਾ ਇੱਥੇ। ਸੋ ਉਹ ਆਮ ਤੌਰ ਤੇ ਉਹਨੂੰ ਇਹੀ ਸਮਝਿਆ ਜਾਂਦਾ ਵੀ ਜਿਹੜੀ ਇਮੀਗ੍ਰੇਸ਼ਨ ਲਾਅ ਦੀ ਵਾਇਲੇਸ਼ਨ ਆ। ਓਕੇ। ਪਰ ਜੇ ਸਰਕਾਰ ਚਾਹੇ ਤਾਂ ਉਹਨੂੰ ਕ੍ਰਿਮੀਨਲ ਕੇਸ ਚਾਰਜ ਕਰ ਸਕਦੀ ਆ, ਪਰ ਇਹਨੂੰ ਉਹ ਮਤਲਬ ਸਰਕਾਰਾਂ ਇੰਪਲੀਮੈਂਟ ਨਹੀਂ ਕਰਦੀਆਂ। ਠੀਕ ਹੈ। ਉਹ ਕਰਦੀਆਂ ਇਸ ਕਰਕੇ ਨਹੀਂ ਕੋਈ ਕ੍ਰਿਮੀਨਲ ਜਿਹੜੇ ਕੋਟਾ ਨਾ ਹੀ ਉਹਨਾਂ ਕੋਲ ਇੰਨੇ ਕੇਸ ਸੁਣਨ ਦਾ ਸਮਾਂ ਆ ਤੇ ਨਾ ਹੀ ਜੇਲ੍ਹਾਂ ਦੇ ਵਿੱਚ ਇੰਨੀ ਜਗ੍ਹਾ ਹੈਗੀ ਆ ਵੀ ਉੱਥੇ ਇੰਨੇ ਬੰਦਿਆਂ ਨੂੰ ਰੱਖਿਆ ਜਾ ਸਕੇ। ਜੀ ਬਿਲਕੁਲ। ਤੇ ਨਾਲੇ ਉਹਨਾਂ ਦਾ ਹੁੰਦਾ ਵੀ ਜਿਹੜੇ ਅਸਲੀ ਕ੍ਰਿਮੀਨਲ ਨੇ ਜਿਹੜੇ ਬੰਦੇ ਕ੍ਰਾਈਮ ਕਰਦੇ ਆ ਕੋਈ ਵੱਡੇ ਉਹਨਾਂ ਤੋਂ ਧਿਆਨ ਹਟਦਾ ਸਿਸਟਮ ਦਾ। ਜੀ ਬਿਲਕੁਲ। ਕੋਈ ਰਿਸੋਰਸ ਤਾਂ ਉਨੇ ਹੀ ਹੁੰਦੇ ਆ ਨਾ, ਉਨੇ ਹੀ ਅਫਸਰ ਨੇ ਤਾਂ ਉਹ ਤੁਸੀਂ ਜਿਹਦੇ ਮਤਲਬ ਮਰਜ਼ੀ ਪਾਸੇ ਲਾ ਦਿਓ। ਸੋ ਇਮੀਗ੍ਰੇਸ਼ਨ ਜਿਹੜੇ ਵਾਇਲੇਟਰਸ ਨੇ ਉਹਨਾਂ ਦੇ ਪਿੱਛੇ ਜੇ ਆਪਾਂ ਜਿਹੜੀ ਹੈਗੀ ਕ੍ਰਿਮੀਨਲ ਲਾਅ ਐਨਫੋਰਸਮੈਂਟ ਲਾ ਦਈਏ ਜੀ ਤਾਂ ਜਿਹੜੇ ਅਸਲੀ ਮਤਲਬ ਕ੍ਰਿਮੀਨਲ ਨੇ ਉਹਨਾਂ ਦੀ ਜਿਹੜੀ ਜਿਹੜੀ ਪ੍ਰੋਸੀਕਿਊਸ਼ਨ ਹੈਗੀ ਆ ਫੜੋ ਫੜਾਈ ਜਾਂ ਉਹਨਾਂ ਨੂੰ ਜਿਹੜਾ ਪ੍ਰੋਸੀਕਿਊਟ ਕਰਨਾ ਉਹ ਤੇ ਅਸਰ ਪੈਂਦਾ ਇਸ ਚੀਜ਼। ਜੀ ਬਿਲਕੁਲ। ਸੋ ਇਸ ਕਰਕੇ ਇਹ ਇੱਕ ਬੜੀ ਇੰਪੋਰਟੈਂਟ ਜਜਮੈਂਟ ਆ। ਹੁਣ ਦੇਖਦੇ ਆ ਵੀ ਇਹਦਾ ਅੱਗੇ ਚੱਲ ਕੇ ਜੇ ਅਪੀਲ ਹੋਈ ਤਾਂ ਕੀ ਬਣਦਾ। ਦੋਸਤੋ ਇਹ ਤਾਂ ਸੀ ਅਮਰੀਕਾ ਦੇ ਕੁਝ ਇਮੀਗ੍ਰੇਸ਼ਨ ਦੇ ਨਵੇਂ ਰੂਲਸ, ਨਵੇਂ ਰੈਗੂਲੇਸ਼ਨ, ਨਵੇਂ ਲਾਜ਼, ਉਹਦੇ ਬਾਰੇ ਜਾਣਕਾਰੀ ਸਰਦਾਰ ਜਸਪ੍ਰੀਤ ਸਿੰਘ ਅਟਾਰਨੀ ਐਟ ਲਾ ਹੋਰਾਂ ਨੇ ਤੁਹਾਨੂੰ ਦਿੱਤੀ ਆ। ਹੁਣ ਸਮਾਂ ਹੋ ਚੱਲਿਆ ਇੱਕ ਬ੍ਰੇਕ ਦਾ। ਬ੍ਰੇਕ ਤੋਂ ਬਾਅਦ ਤੁਹਾਡੇ ਇਮੀਗ੍ਰੇਸ਼ਨ ਸੰਬੰਧੀ ਜਿੰਨੇ ਵੀ ਸਵਾਲ ਆ ਅਸੀਂ ਕੋਸ਼ਿਸ਼ ਕਰਾਂਗੇ ਵੱਧ ਤੋਂ ਵੱਧ ਅੱਜ ਉਹਨਾਂ ਸਵਾਲਾਂ ਦੇ ਜਵਾਬ ਦੇਣ ਦੇ। ਜੇ ਤੁਸੀਂ ਵੀ ਕੋਈ ਸਵਾਲ ਇਮੀਗ੍ਰੇਸ਼ਨ ਸੰਬੰਧੀ ਪੁੱਛਣਾ ਸਾਡਾ YouTube ਚੈਨਲ ਉਹ ਸਬਸਕ੍ਰਾਈਬ ਕਰੋ। ਉਹੀ ਨਾਂ ਆ ਪੰਜਾਬ ਮੇਲ USA, ਉਹਨੂੰ ਸਬਸਕ੍ਰਾਈਬ ਕਰੋ YouTube ਤੇ ਵੀ, ਤੇ ਉਸ ਤੋਂ ਬਾਅਦ ਉਹਨੂੰ ਬੈਲ ਆਈਕਨ ਦਬਾਓ ਤੇ ਆਪਣਾ ਕੋਈ ਵੀ ਇਮੀਗ੍ਰੇਸ਼ਨ ਸੰਬੰਧੀ ਸਵਾਲ ਆ ਉਹਦੇ ਵਿੱਚ ਤੁਸੀਂ ਲਿਖੋ। ਅਸੀਂ ਅਗਲੇ ਹਫਤੇ ਉਸ ਸਵਾਲ ਦਾ ਜਵਾਬ ਸਰਦਾਰ ਜਸਪ੍ਰੀਤ ਸਿੰਘ ਅਟਾਰਨੀ ਐਟ ਲਾ ਹੋਣਾ ਤੋਂ ਲੈ ਕੇ ਤੁਹਾਡੇ ਤੱਕ ਪਹੁੰਚਾਵਾਂਗੇ। ਮਿਲਦੇ ਹਾਂ ਇੱਕ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਤੁਸੀਂ ਬਣੇ ਰਹੋ ਪੰਜਾਬ ਮੇਲ USA TV ਨਾਲ। Jaspreet Singh, attorney at law, New York and California. Immigration, deportation, defense, appeals, family law ਅਤੇ bankruptcy ਲਈ ਸੰਪਰਕ ਕਰੋ। More than 17 years of legal experience. Jaspreet Singh, attorney at law. ਬ੍ਰੇਕ ਤੋਂ ਬਾਅਦ ਇੱਕ ਵਾਰੀ ਫੇਰ ਹਾਜ਼ਰ ਹਾਂ ਮੈਂ ਗੁਰਜਤਿੰਦਰ ਸਿੰਘ ਰੰਧਾਵਾ। ਸਰਦਾਰ ਜਸਪ੍ਰੀਤ ਸਿੰਘ ਅਟਾਰਨੀ ਐਟ ਲਾ ਨਾਲ ਅਸੀਂ ਗੱਲਾਂ ਬਾਤਾਂ ਜਾਰੀ ਰੱਖਾਂਗੇ। ਇਸ ਤੋਂ ਪਹਿਲਾਂ ਕਿ ਤੁਹਾਡੇ ਇਮੀਗ੍ਰੇਸ਼ਨ ਸੰਬੰਧੀ ਅਸੀਂ ਸਵਾਲਾਂ ਦੇ ਜਵਾਬ ਦਈਏ, ਸਾਡੀ ਫਿਰ ਇੱਕ ਰੀਤ ਬਣੀ ਹੋਈ ਆ ਕਿ ਪਹਿਲੇ ਹਫਤੇ ਕਿਸੇ ਵੀ ਮਹੀਨੇ ਦੇ ਪਹਿਲੇ ਹਫਤੇ ਅਸੀਂ ਤੁਹਾਨੂੰ ਵੀਜ਼ਾ ਬੁਲੇਟਿਨ ਬਾਰੇ ਜਾਣਕਾਰੀ ਦਿੰਦੇ ਹਾਂ। ਵੀਜ਼ਾ ਬੁਲੇਟਿਨ ਇਹ ਹੁੰਦਾ ਕਿ ਤੁਹਾਡੇ ਜਿਹੜੇ ਕੈਟਾਗਰੀਜ਼ ਆ, ਤੁਹਾਡੇ ਕੇਸ ਅਪਲਾਈ ਕੀਤੇ ਹੋਏ ਆ, ਫਰਜ਼ ਕੀਤਾ F4, F3 ਜਾਂ F2 ਆ ਜਾਂ ਕੋਈ ਹੋਰ ਵੀ ਕੈਟਾਗਰੀ ਆ, ਉਹਦੇ ਬਾਰੇ ਅਸੀਂ ਸੰਖੇਪ 'ਚ ਕੁਝ ਜਾਣਕਾਰੀ ਤੁਹਾਨੂੰ ਦਿੰਦੇ ਹਾਂ ਤਾਂ ਕਿ ਤੁਹਾਨੂੰ ਪਤਾ ਲੱਗ ਸਕੇ ਕਿ ਇਸ ਵੇਲੇ ਜਿਹੜੀ ਉੱਥੇ ਅੰਬੈਸੀਆਂ ਜਿਹੜੀਆਂ ਹੈਗੀਆਂ ਹਿੰਦੁਸਤਾਨ ਦੀਆਂ ਜਾਂ ਕਿਤੇ ਹੋਰ ਵੀ ਉੱਥੇ ਕੀ ਇਹ ਚੱਲ ਰਿਹਾ, ਕਿਹੜੀ ਡੇਟ ਚੱਲ ਰਹੀ ਆ। ਸਰਦਾਰ ਜਸਪ੍ਰੀਤ ਸਿੰਘ ਜੀ, ਕੀ ਇਸ ਵੇਲੇ ਅਪਡੇਟ ਆ ਜੀ ਵੀਜ਼ਾ ਬੁਲੇਟਿਨ ਦੀ? ਰੰਧਾਵਾ ਸਾਹਿਬ, ਨਵਾਂ ਵੀਜ਼ਾ ਬੁਲੇਟਿਨ ਆ ਗਿਆ ਸਪਟੈਂਬਰ ਦਾ ਜੀ, ਪਰ ਜ਼ਿਆਦਾ ਕੈਟਾਗਰੀਆਂ ਮੂਵ ਨਹੀਂ ਹੋਈਆਂ। ਓਕੇ। ਉਹਦੇ ਪਿੱਛੇ ਕਾਰਨ ਇਹੀ ਆ ਕਿ ਪਿੱਛੇ ਇੱਕ ਤਾਂ ਇੰਟਰਵਿਊਜ਼ ਵਗੈਰਾ ਜਿਹੜੀਆਂ ਕਈ ਕੈਂਸਲ ਹੋ ਗਈਆਂ। ਓਕੇ। ਤੇ ਉਹ ਜਿਹੜੀ ਹੁਣ ਡੈਲਟਾ ਵੇਰੀਐਂਟ ਆਇਆ ਕੋਵਿਡ ਦਾ, ਉਹਦੇ ਕਰਕੇ ਜਿਹੜੀਆਂ ਇੰਟਰਵਿਊ ਐਮਬੈਸੀ ਦੇ ਵਿੱਚ ਬਹੁਤ ਘੱਟ ਹੋ ਰਹੀਆਂ ਤੇ ਜ਼ਿਆਦਾ ਮੂਵ ਤਾਂ ਨਹੀਂ ਹੋਇਆ। ਪਰ ਮੈਂ ਫਿਰ ਵੀ ਦੱਸ ਦਿੰਦਾ ਵੀ ਜਿਹੜੀ F4 ਕੈਟਾਗਰੀ ਭਰਾ ਭੈਣ ਵਾਲੀ ਆ ਉੱਥੇ ਹੁਣ ਚੱਲ ਰਿਹਾ 15 ਸਤੰਬਰ 2005 ਜੀ।
F3 ਕੈਟਾਗਰੀ ਜਿਹੜੀ ਆ ਇਹ ਹੈਗੀ ਮਾਂ-ਬਾਪ ਜਿਹੜੇ US ਸਿਟੀਜ਼ਨ ਦੇ ਮੈਰਿਡ ਬੱਚਿਆਂ ਦਾ ਕਰਦੇ ਆ। ਉਹ ਚੱਲ ਰਿਹਾ ਜੀ 22 ਨਵੰਬਰ 2008 ਇੰਡੀਆ ਦਾ। F2B ਕੈਟਾਗਰੀ ਹੈ ਗ੍ਰੀਨ ਕਾਰਡ ਹੋਲਡਰ ਦੇ 21 ਸਾਲ ਤੋਂ ਉੱਪਰ ਅਨਮੈਰਿਡ ਬੱਚੇ, ਉੱਥੇ ਚੱਲ ਰਿਹਾ 22 ਸਤੰਬਰ 2015। F2A ਕੈਟਾਗਰੀ ਹੈਗੀ ਆ ਜਿਹੜੇ ਹਸਬੈਂਡ ਵਾਈਫ ਗ੍ਰੀਨ ਕਾਰਡ ਹੋਲਡਰ ਦੇ 21 ਸਾਲ ਤੋਂ ਘੱਟ ਬੱਚੇ, ਉਹ ਕਰੰਟ ਆ। F1 ਕੈਟਾਗਰੀ ਆ ਉੱਥੇ ਚੱਲ ਰਿਹਾ 1 ਦਸੰਬਰ 2014। ਜੀ। ਤੇ ਜਿਹੜੇ ਡੇਟਾਂ ਦੇ ਡਾਕੂਮੈਂਟ ਮੰਗ ਰਹੇ ਨੇ, ਕਿਉਂਕਿ ਜਿਹੜੀ NVC ਹੁੰਦੀ ਆ ਜਦੋਂ ਡੇਟ ਜਿਹੜੀ ਪ੍ਰਾਇਓਰਟੀ ਦੀ ਆ ਜੀ ਉਹ ਕਰੰਟ ਹੁੰਦੀ ਆ, ਉਸ ਤੋਂ ਪਹਿਲਾਂ 6 ਮਹੀਨੇ ਪਹਿਲਾਂ ਡਾਕੂਮੈਂਟ ਮੰਗਦੀ ਆ। ਇਹਨਾਂ ਵਿੱਚ ਐਫੀਡੇਵਿਟ ਆਫ ਸਪੋਰਟ ਹੁੰਦਾ, ਪੁਲਿਸ ਕਲੀਅਰੈਂਸ ਸਰਟੀਫਿਕੇਟ ਹੁੰਦੇ ਨੇ, ਪਾਸਪੋਰਟ ਕਲੀਅਰੈਂਸ, ਇਹ ਸਾਰਾ ਕੁਝ। ਜੀ। ਉਹ ਜਿਹੜਾ F4 ਕੈਟਾਗਰੀ ਆ ਭਰਾ ਭੈਣ US ਸਿਟੀਜ਼ਨ ਦੀ, ਉੱਥੇ ਚੱਲ ਰਿਹਾ 1 ਜਨਵਰੀ 2006। ਜੀ। ਇਹ ਮੂਵ ਹੋਇਆ ਦਸੰਬਰ, ਮਤਲਬ ਪਿੱਛੇ ਦਸੰਬਰ ਸੀ ਉਹ ਤੋਂ ਜਨਵਰੀ ਹੋ ਗਿਆ। F3 ਚੱਲ ਰਿਹਾ ਜੀ 22 ਅਗਸਤ 2009। F2B ਜਿਹੜਾ ਗ੍ਰੀਨ ਕਾਰਡ ਹੋਲਡਰ ਦੇ 21 ਸਾਲ ਤੋਂ ਉੱਪਰ ਆ ਉਹ ਚੱਲ ਰਿਹਾ 22 ਸਪਟੈਂਬਰ 2016। ਜੀ। F2A ਕੈਟਾਗਰੀ ਆ 1 ਜੂਨ 2021। F2A ਕੈਟਾਗਰੀ ਗ੍ਰੀਨ ਕਾਰਡ ਹੋਲਡਰ ਦੇ ਹਸਬੈਂਡ ਵਾਈਫ ਤੇ 21 ਸਾਲ ਤੋਂ ਘੱਟ ਬੱਚੇ ਆ। ਇਹ ਕੈਟਾਗਰੀ ਕਰੰਟ ਆ। ਜੀ। ਤੇ ਜਿਹੜੀ F1 ਕੈਟਾਗਰੀ ਉਹ ਚੱਲ ਰਿਹਾ 15 ਮਈ 2016। ਜੀ। ਸੋ ਇਹਨਾਂ ਡੇਟਾਂ ਤੇ ਜਿਹੜੇ ਡਾਕੂਮੈਂਟਸ ਹੈਗੇ ਨੇ, ਪਾਸਪੋਰਟ ਕਲੀਅਰੈਂਸ ਹੋ ਗਈ, ਪੁਲਿਸ ਕਲੀਅਰੈਂਸ ਹੋ ਗਈ, ਤੇ ਉਹ ਸਾਰੇ ਇਸ ਕਿਸਮ ਦੇ ਪੇਪਰ ਉਹ ਜਿਹੜੇ ਮੰਗ ਰਹੇ ਆ। ਇੱਕ ਬੜਾ ਸਾਂਝਾ ਜਿਹਾ ਕਾਮਨ ਜਿਹਾ ਸਵਾਲ ਆ, ਸਾਡੇ ਦਰਸ਼ਕਾਂ ਨੇ ਬਹੁਤ ਸਾਰਿਆਂ ਨੇ ਪੁੱਛਿਆ ਕਿ ਜਦੋਂ ਉਹਨਾਂ ਨੂੰ ਕਾਲ ਆ ਜਾਂਦੀ ਆ, ਫਰਜ਼ ਕੀਤਾ ਸਤੰਬਰ 2005 ਇਸ ਵੇਲੇ ਚੱਲ ਰਿਹਾ F4 ਕੈਟਾਗਰੀ ਦਾ, ਜੇ ਉਹਨਾਂ ਨੂੰ ਕਾਲ ਆਉਂਦੀ ਆ ਜਾਂ ਈਮੇਲ ਆਉਂਦੀ, ਉਸ ਤੋਂ ਬਾਅਦ ਕਿੰਨਾ ਟਾਈਮ ਲੱਗਦਾ? ਇਹ ਡਿਪੈਂਡ ਕਰਦਾ। ਹੁਣ ਜੇ ਫਰਜ਼ ਕਰੋ F4 ਕੈਟਾਗਰੀ 'ਚ 15 ਸਤੰਬਰ 2005 ਚੱਲ ਰਿਹਾ ਜੀ, ਉਹਦਾ ਮਤਲਬ ਇਹ ਨਹੀਂ ਆ ਕਿ ਜਿਨ੍ਹਾਂ ਨੇ 15 ਸਤੰਬਰ ਤੋਂ ਪਹਿਲਾਂ ਜੁਲਾਈ ਜਾਂ ਜੂਨ 2005 'ਚ ਅਪਲਾਈ ਕੀਤਾ ਸੀ ਉਹਨਾਂ ਨੂੰ ਵੀਜ਼ੇ ਲੱਗ ਗਏ ਸਾਰਿਆਂ ਨੂੰ। ਇਹਦਾ ਮਤਲਬ ਹੈ ਉੱਥੋਂ ਤੱਕ ਪ੍ਰੋਸੈਸਿੰਗ ਕਰ ਰਹੇ ਆ ਜੀ। ਤੇ ਇਹੋ ਜਿਹੇ ਕਈ ਬੰਦੇ ਰਹਿ ਗਏ ਹੋਣਗੇ ਜਿਨ੍ਹਾਂ ਨੇ ਮਾਰਚ, ਫਰਵਰੀ ਜਾਂ ਅਪ੍ਰੈਲ 'ਚ ਅਪਲਾਈ ਕੀਤਾ, ਇਹ ਤੱਕ ਇੰਟਰਵਿਊ ਨਹੀਂ ਆਈ। ਸੋ ਉੱਥੋਂ ਤੱਕ ਉਹ ਪਹੁੰਚ ਗਏ ਆ, ਲੇਕਿਨ ਇੰਟਰਵਿਊ ਡੇਟ ਜਿਹੜੀ ਆ ਉਹ ਉਹਨਾਂ ਨੇ ਆਪਣੇ ਹਿਸਾਬ ਨਾਲ ਦੇਣੀ ਹੈ। ਇੰਟਰਵਿਊ ਬਹੁਤ ਘੱਟ ਹੋ ਰਹੀਆਂ, ਸੋ ਇਹਦੇ ਕਰਕੇ ਜਿਹੜੀ ਡਿਲੇ ਆ। ਪਰ ਉਹ ਕਹਿੰਦੇ ਵੀ ਉੱਥੇ ਤੱਕ ਅਸੀਂ ਦੇ ਰਹੇ ਹਾਂ ਇੰਟਰਵਿਊ, ਦਾ ਮਤਲਬ ਆ ਵੀ ਉਹਨਾਂ ਨੂੰ ਕਿਸੇ ਵੇਲੇ ਵੀ ਇੰਟਰਵਿਊ ਦੀ ਜਿਹੜੀ ਆ ਉਹ ਆ ਸਕਦੀ ਹੈ, ਮਤਲਬ ਚਿੱਠੀ ਆ ਸਕਦੀ ਹੈ, ਈਮੇਲ ਆ ਸਕਦੀ ਜਾਂ ਲੈਟਰ ਆ ਸਕਦਾ। ਪਰ ਉਹਦਾ ਮਤਲਬ ਇਹ ਨਹੀਂ ਆ ਕਿ ਉੱਥੋਂ ਤੱਕ ਉਹਨਾਂ ਨੇ ਇੰਟਰਵਿਊ ਕਰ ਲਈਆਂ, ਅਜੇ ਕਰ ਰਹੇ ਆ। ਤੇ ਇਸ ਕਰਕੇ ਉਹਨਾਂ ਨੂੰ ਵੇਟ ਕਰਨੀ ਚਾਹੀਦੀ ਆ। ਲੇਕਿਨ ਉਹਨਾਂ ਦਾ ਇਹਦਾ ਮਤਲਬ ਇਹ ਆ ਕਿ ਉੱਥੋਂ ਤੱਕ ਇਹਨਾਂ ਨੂੰ ਹੁਣ ਇੰਟਰਵਿਊ ਦੀ ਜਿਹੜੀ ਕਾਲ ਆ, ਜਿਹਨੂੰ ਕਿ ਆਪਾਂ ਆਮ ਤੌਰ 'ਤੇ ਫੋਨ ਤਾਂ ਨਹੀਂ ਆਉਂਦਾ ਜਾਂ ਲੈਟਰ ਆਉਂਦਾ ਜਾਂ ਈਮੇਲ ਆਉਂਦੀ ਆ, ਉਹ ਜਿਹੜੀ ਡੇਟ ਆ ਇੰਟਰਵਿਊ ਦੀ ਉਹ ਆ ਸਕਦੀ ਆ। ਹੁਣ ਅੱਗੇ ਆਪਾਂ ਚੱਲਦੇ ਹਾਂ ਜੀ ਅਗਲੇ ਸਵਾਲਾਂ ਵੱਲ। ਪਹਿਲਾ ਸਵਾਲ ਆ, ਉਹ ਕਹਿੰਦੇ ਆ ਕਿ ਮੇਰੇ ਪੋਤੇ ਕੋਲ ਟੂਰਿਸਟ ਵੀਜ਼ਾ, ਮੈਂ ਉਸ ਦੇ ਲਈ F3 ਵੀਜ਼ਾ ਵੀ ਅਪਲਾਈ ਕੀਤਾ ਹੋਇਆ ਹੈ, ਕੀ ਉਹ USA ਆਣ ਕੇ ਹੁਣ ਪਹਿਲਾਂ ਹੀ ਕਿਸੇ ਕਾਲਜ ਵਿੱਚ ਐਡਮਿਸ਼ਨ ਲੈ ਸਕਦਾ? ਟੂਰਿਸਟ ਵੀਜ਼ਾ ਹੈਗਾ ਤਾਂ ਇੱਥੇ ਆ ਸਕਦਾ, ਮਤਲਬ ਪਹਿਲਾਂ ਐਡਮਿਸ਼ਨ ਨਹੀਂ ਲੈ ਸਕਦਾ। ਉਹ ਇੱਥੇ ਆ ਕੇ ਉਹਨੂੰ ਫਿਰ ਐਡਮਿਸ਼ਨ ਲੈਣੀ ਪੈਣੀ ਹੈ F1 'ਚ ਕਨਵਰਟ ਕਰਨ ਲਈ, ਸਟੂਡੈਂਟ ਵੀਜ਼ੇ 'ਚ। ਤੇ ਉਹਦੇ ਵਾਸਤੇ ਜਿਹੜਾ ਹਰੇਕ ਕਾਲਜ ਜਾਂ ਹਰੇਕ ਸਕੂਲ ਜਿਹੜਾ ਉਹ ਕਨਵਰਟ ਨਹੀਂ ਕਰਦਾ, ਤੇ ਉਹ ਸਕੂਲ 'ਚ ਐਡਮਿਸ਼ਨ ਲੈਣੀ ਪੈਣੀ ਹੈ ਜਿਹੜਾ I-20 ਫਾਰਮ ਦੇ ਵਿੱਚ ਜਿਹੜਾ ਸਪਾਂਸਰ ਕਰੇ ਸਟੂਡੈਂਟ ਵੀਜ਼ੇ ਲਈ। ਜੀ। ਹਰੇਕ ਸਕੂਲ ਜਾਂ ਹਰੇਕ ਕਾਲਜ ਜਾਂ ਹਰੇਕ ਯੂਨੀਵਰਸਿਟੀ ਸਟੂਡੈਂਟ ਵੀਜ਼ੇ ਵਾਲਿਆਂ ਨੂੰ ਸਪਾਂਸਰ ਨਹੀਂ ਕਰਦਾ ਜੀ। ਸੋ ਜਿਹੜੇ ਕਰਦੇ ਆ ਉਹਨਾਂ ਤੋਂ ਲੈ ਕੇ ਉਦੋਂ ਬਾਅਦ ਐਫੀਡੇਵਿਟ ਆਫ ਸਪੋਰਟ ਲੱਗੂਗਾ। ਉਹਦਾ ਮਤਲਬ ਆ ਵੀ ਕੌਣ ਬੰਦਾ ਇੱਥੇ ਜ਼ਿੰਮੇਵਾਰੀ ਚੱਕਦਾ, ਜਦੋਂ ਕੋਈ ਫੰਡਸ ਅਵੇਲੇਬਲ ਹੈਗੇ ਆ ਫੀਸਾਂ ਤਾਰਨ ਦੇ, ਤਾਂ ਫਿਰ ਉਹ ਇੱਥੇ ਇਹਨੂੰ ਸਟੂਡੈਂਟ ਵੀਜ਼ੇ 'ਚ ਕਨਵਰਟ ਕਰ ਸਕਦਾ ਵਿਜ਼ਟਰ ਵੀਜ਼ੇ ਨੂੰ। ਤੇ ਲੇਕਿਨ ਉੱਥੋਂ ਵਿਜ਼ਟਰ ਵੀਜ਼ਾ ਲੈ ਕੇ ਆਉਣ ਦੀ ਲੋੜ ਨਹੀਂ ਹੈਗੀ, ਕਿਉਂਕਿ ਉੱਥੋਂ ਉਹਨਾਂ ਨੇ ਦੇਣਾ ਨਹੀਂ, ਕਿਉਂਕਿ ਇਹਦਾ F3 ਕੇਸ ਅਪਲਾਈ ਹੋਇਆ ਉਹਦੇ ਕੋਲ ਆਲਰੇਡੀ ਸਟੂਡੈਂਟ ਵੀਜ਼ਾ। ਇਹ ਵੀ ਪੁੱਛਦੇ ਆ ਕਿ ਜੇ F3 ਵੀਜ਼ਾ ਉਹਦਾ ਹੋਇਆ ਹੈ ਅਪਲਾਈ, ਤਾਂ ਉਹ ਆ ਸਕਦੇ ਆ? ਨਹੀਂ, ਆਉਣ ਨੂੰ ਸਟੂਡੈਂਟ ਵੀਜ਼ੇ ਤੇ ਦੇਖੋ ਗੱਲ ਇਹ ਹੁੰਦੀ ਆ, ਆਮ ਤੌਰ ਤੇ ਜਦੋਂ ਕਿਸੇ ਦੀ ਜਿਹੜੀ ਇਮੀਗ੍ਰੈਂਟ ਵੀਜ਼ੇ ਦੀ ਪਟੀਸ਼ਨ ਲੱਗੀ ਹੋਵੇ, ਚਾਹੇ F4 ਲੱਗੀ ਆ ਜਿਹੜੀ ਭਰਾ ਭੈਣ ਦੀ ਕੈਟਾਗਰੀ ਆ ਉਹਦੇ ਬੱਚਿਆਂ ਦੀ, ਚਾਹੇ F3 ਲੱਗੀ ਆ। F3 ਕੈਟਾਗਰੀ ਬੇਸਿਕਲੀ ਆਪਾਂ ਦੱਸ ਕੇ ਹਟੇ ਆ ਕਿ US ਸਿਟੀਜ਼ਨ ਦੇ ਮੈਰਿਡ ਬੱਚਿਆਂ ਦੀ ਕੈਟਾਗਰੀ ਆ। ਜੀ। ਸੋ ਇਹਨਾਂ ਨੇ ਆਪਣੇ ਮੈਰਿਡ ਬੱਚਿਆਂ ਦਾ ਅਪਲਾਈ ਕੀਤਾ, ਉਹਨਾਂ ਦਾ ਗਾਂ ਬੱਚਾ ਉਹਨਾਂ ਦਾ ਗਾਂ ਬੱਚਾ ਕਿ ਪੋਤਾ। ਇਹਦੀ ਪ੍ਰੋਬਲਮ ਇਹ ਆ ਕਿ ਜੇ ਉਹਨਾਂ ਨੂੰ ਜੇ ਉੱਥੇ ਉਹ ਸਟੂਡੈਂਟ ਵੀਜ਼ਾ ਅਪਲਾਈ ਕਰਦਾ ਤੇ ਉਹਨੂੰ ਪਤਾ ਲੱਗ ਗਿਆ ਵੀ ਇਮੀਗ੍ਰੈਂਟ ਵੀਜ਼ਾ ਅਪਲਾਈ ਹੋਇਆ, ਉਹ ਇਹ ਕੇਸ ਜਿਹੜਾ ਹੈਗਾ ਉਹ ਇਹਦਾ ਵੀਜ਼ਾ ਡਿਨਾਈ ਕਰ ਸਕਦੇ ਆ। ਸੋ ਇਸ ਕਰਕੇ ਆਮ ਤੌਰ 'ਤੇ 99% ਕੇਸਾਂ ਜਿਨ੍ਹਾਂ ਦੀ ਪਟੀਸ਼ਨ ਲੱਗੀ ਹੁੰਦੀ ਉਹਨਾਂ ਨੂੰ ਨਾ ਸਟੂਡੈਂਟ ਵੀਜ਼ਾ ਮਿਲਦਾ, ਨਾ ਵਿਜ਼ਟਰ ਵੀਜ਼ਾ ਮਿਲਦਾ। ਸੋ ਜੇ ਇੱਥੇ ਆ ਜਾਵੇ ਕਿਸੇ ਤਰੀਕੇ ਨਾਲ ਉਹ ਆਪਣਾ ਵਿਜ਼ਟਰ 'ਤੇ, ਤਾਂ ਫਿਰ ਉਹ ਸਟੂਡੈਂਟ ਕਨਵਰਟ ਕਰ ਸਕਦਾ, ਉੱਥੇ ਨਹੀਂ ਅਪਲਾਈ ਕਰ ਸਕਦਾ। ਅਗਲਾ ਸਵਾਲ ਜੀ, ਮੈਂ 2013 'ਚ ਅਮਰੀਕਾ ਆਇਆ ਸੀ, 2014 'ਚ ਅਸਾਈਲਮ ਕੇਸ ਅਪਲਾਈ ਕੀਤਾ ਸੀ, ਪਰ ਜੱਜ ਦੀ ਰਿਟਾਇਰਮੈਂਟ ਹੋਣ ਕਾਰਨ ਮੇਰੀ ਫਾਈਨਲ ਡੇਟ ਮਾਰਚ 2021 'ਚ ਪਾ ਦਿੱਤੀ ਗਈ, ਪਰ ਹੁਣ ਕੋਵਿਡ ਕਰਕੇ ਇਸ ਵਾਰ ਫੇਰ ਤਬਦੀਲ ਕਰਕੇ ਬਦਲ ਦਿੱਤੀ ਗਈ ਆ।
ਤੇ ਹੁਣ ਜੂਨ 2023 ਚ ਕਰ ਦਿੱਤੀ ਗਈ ਆ, ਕੀ ਮੈਂ ਇਸ ਦੇ ਲਈ ਮੋਸ਼ਨ ਫਾਈਲ ਕਰ ਸਕਦਾ? ਕੀਤੀ ਜਾ ਸਕਦੀ ਆ। ਅਸੀਂ 3-4 ਬੰਦਿਆਂ ਦੀਆਂ ਮੋਸ਼ਨਾਂ ਕਰਾ ਕੇ ਡੇਟਾਂ ਪਹਿਲਾਂ ਲਈਆਂ ਨੇ ਜੀ। ਉਹਨਾਂ 'ਚੋਂ 2 ਬੰਦਿਆਂ ਦੀ ਤਾਂ ਇੰਟਰਵਿਊ ਹੋ ਗਈ, ਉਹਨਾਂ ਦੇ ਕੇਸ ਵੀ ਪਾਸ ਹੋ ਗਏ, ਇੱਕ ਦਾ ਪਿਛਲੇ ਹਫਤੇ ਹੋਇਆ, ਇੱਕ ਦਾ 20 ਦਿਨ ਪਹਿਲਾਂ ਹੋਇਆ। ਜੀ ਜੀ। ਸੋ ਉਹ ਪਾਈ ਜਾ ਸਕਦੀ ਆ, ਪਰ ਫਿਰ ਵੀ ਮਰਜ਼ੀ ਜੱਜ ਦੀ ਹੁੰਦੀ ਆ। ਕਈ ਜੱਜ ਜਿਹੜੇ ਹੈਗੇ ਆ ਉਹ ਡੇਟ ਦੇ ਦਿੰਦੇ ਆ ਪਹਿਲਾਂ, ਕਈ ਨਹੀਂ ਵੀ ਦਿੰਦੇ, ਪਰ ਤੁਸੀਂ ਜਿਹੜੀ ਮੋਸ਼ਨ ਕਰ ਸਕਦੇ ਹੋ ਡੇਟ ਪਹਿਲਾਂ ਲੈਣ ਲਈ। ਜੀ ਜੀ। ਅਗਲਾ ਸਵਾਲ ਸਾਡੇ ਦਰਸ਼ਕ ਲਿਖਦੇ ਆ ਜੀ ਕਿ ਮੈਂ ਦਸੰਬਰ 2020 ਚ ਵਰਕ ਪਰਮਿਟ ਲਈ ਫੀਸ ਜਮ੍ਹਾਂ ਕਰਵਾਈ ਸੀ, ਪਰ ਹਾਲੇ ਤੱਕ ਵਰਕ ਪਰਮਿਟ ਨਹੀਂ ਆਇਆ। ਫਿਰ 180 ਦਿਨ ਦਾ ਐਕਸਟੈਂਸ਼ਨ ਮਿਲ ਗਿਆ ਸੀ, ਪਰ ਉਹ ਵੀ ਅਗਲੇ ਕੁਝ ਦਿਨਾਂ 'ਚ ਖਤਮ ਹੋ ਰਿਹਾ। ਕੀ ਤੁਸੀਂ ਮੇਰੀ ਹੈਲਪ ਕਰ ਸਕਦੇ ਹੋ? ਰੰਧਾਵਾ ਸਾਹਿਬ, ਜਦੋਂ ਵਰਕ ਪਰਮਿਟ ਰਿਨਿਊ ਕਰਾਉਂਦੇ ਆ ਨਾ, ਅੱਜ ਕੱਲ੍ਹ ਨੂੰ 8 ਤੋਂ 10 ਮਹੀਨੇ ਲੱਗ ਰਹੇ ਆ ਜੀ। ਸੋ ਇਸ ਕਰਕੇ ਇਹ ਕੋਈ ਇਹਨਾਂ ਇਕੱਲਿਆਂ ਨਾਲ ਨਹੀਂ ਹੈਗਾ, ਬਹੁਤ ਸਾਰੇ ਬੰਦਿਆਂ ਨੂੰ ਜਿਹੜਾ ਵਰਕ ਪਰਮਿਟ ਆ ਉਹ 10-11 ਮਹੀਨੇ ਬਾਅਦ ਆ ਰਿਹਾ। ਜੀ ਜੀ। ਸੋ ਇਸ ਕਰਕੇ ਜਿਹੜਾ ਦਸੰਬਰ 'ਚ ਅਪਲਾਈ ਕੀਤਾ, ਇਹਦਾ ਅਗਸਤ ਚੱਲਦਾ, ਅਤੇ ਇਹ ਉੱਥੋਂ 10 ਤੋਂ 11 ਮਹੀਨੇ ਗਿਣ ਲੈਣ, ਅਤੇ ਉਹ ਨੋਰਮਲ ਟਾਈਮ ਅੱਜ ਕੱਲ੍ਹ। ਸੋ ਇਸ ਕਰਕੇ ਇਹ ਉਹਨਾਂ ਨੂੰ ਕਾਲ ਕਰ ਸਕਦੇ ਆ, ਪਰ ਉਹ ਟਾਈਮ ਲੱਗਣਾ। ਸੋ ਇਹਦੇ 'ਚ ਕੁਛ ਨਹੀਂ ਕੀਤਾ ਜਾ ਸਕਦਾ, ਵੇਟ ਹੀ ਕਰਨੀ ਪੈਣੀ। ਓਕੇ। ਅਗਲਾ ਸਵਾਲ ਹੈ ਜੀ, ਮੈਂ USA 'ਚ ਪਿਛਲੇ 5 ਸਾਲਾਂ ਤੋਂ ਰਹਿ ਰਿਹਾ, ਕੀ ਮੈਂ ਹੁਣ ਅਸਾਈਲਮ ਅਪਲਾਈ ਕਰ ਸਕਦਾ? ਅਸਾਈਲਮ ਵਿਦਿਨ 1 ਈਅਰ ਅਪਲਾਈ ਕੀਤਾ ਜਾਂਦਾ। ਜੇ 1 ਸਾਲ ਤੋਂ ਉੱਪਰ ਕਰਨਾ, ਤੁਹਾਨੂੰ ਰੀਜ਼ਨ ਦੇਣਾ ਪੈਂਦਾ ਵੀ ਤੁਸੀਂ ਸਾਲ ਦੇ ਅੰਦਰ ਕਿਉਂ ਨਹੀਂ ਕਰ ਸਕੇ ਜੀ। ਅਤੇ ਉਹ ਰੀਜ਼ਨ ਜਿਹੜਾ ਵੈਲਿਡ ਚਾਹੀਦਾ, ਇੱਦਾਂ ਦਾ ਹੋਵੇ ਜਿਹੜਾ ਲਾਅ 'ਚ ਮਨਜ਼ੂਰਸ਼ੁਦਾ ਹੋਵੇ, ਇਹ ਨਹੀਂ ਵੀ ਜੋ ਮਰਜ਼ੀ ਰੀਜ਼ਨ ਦੇਤਾ। ਬਿਲਕੁਲ। ਅਤੇ ਜੇ ਉਹ ਰੀਜ਼ਨ ਮੰਨਿਆ ਜਾਵੇ ਤਾਂ ਫਿਰ ਸਾਲ ਤੋਂ ਉੱਤੇ ਅਸਾਈਲਮ ਐਕਸੈਪਟ ਨਹੀਂ, ਤਾਂ ਅਸਾਈਲਮ ਦਾ ਕੇਸ ਨਹੀਂ ਚੱਲਦਾ, ਫਿਰ ਉਹ ਵਿਦਹੋਲਡਿੰਗ ਆਫ ਰਿਮੂਵਲ ਅਤੇ ਪ੍ਰੋਟੈਕਸ਼ਨ ਅੰਡਰ ਕੈਟ, ਜੀ, ਜੇ 2 ਆਰਡਰ ਲੀਵਸ ਨੇ, ਇਹਨਾਂ ਦਾ ਕੇਸ ਚੱਲਦਾ। ਜੀ ਜੀ। ਇਹਨਾਂ ਦੇ ਵਿੱਚ ਹਾਇਰ ਸਟੈਂਡਰਡ ਹੁੰਦਾ, ਪਰ ਇਹਨਾਂ 'ਚ ਇਹ ਆ ਬੰਦਾ ਰਹਿ ਸਕਦਾ ਇੱਥੇ ਜੇ ਕੇਸ ਪਾਸ ਹੋ ਗਿਆ, ਪਰ ਉਹਨਾਂ ਨੂੰ ਗ੍ਰੀਨ ਕਾਰਡ ਨਹੀਂ ਮਿਲੂਗਾ, ਉਹ ਆਪਣੇ ਬੱਚਿਆਂ ਨੂੰ ਅਪਲਾਈ ਨਹੀਂ ਕਰ ਸਕਦਾ ਜਾਂ ਆਪਣੇ ਵਾਈਫ ਜਾਂ ਹਸਬੈਂਡ ਨੂੰ, ਤੇ ਕੰਟਰੀ ਤੋਂ ਬਾਹਰ ਨਹੀਂ ਜਾ ਸਕਦਾ, ਪਰ ਇੱਥੇ ਰਹਿਣ ਦੀ ਪਰਮਿਸ਼ਨ ਮਿਲ ਜਾਂਦੀ। ਮੇਰਾ ਗ੍ਰੀਨ ਕਾਰਡ ਐਕਸਪਾਇਰ ਹੋ ਗਿਆ, ਐਕਸਟੈਂਸ਼ਨ ਲਈ ਅਪਲਾਈ ਕੀਤਾ, ਕੀ ਮੈਂ ਐਕਸਟੈਂਸ਼ਨ ਲੈਟਰ ਤੇ ਇੰਡੀਆ ਜਾ ਸਕਦਾ ਜਾਂ ਕੋਈ ਹੋਰ ਵੀ ਫਾਰਮੈਲਿਟੀ ਹੈ? ਗ੍ਰੀਨ ਕਾਰਡ ਜਿਹੜਾ ਅਪਲਾਈ ਹੋਇਆ ਉਹ 'ਚ ਇਹਨਾਂ ਨੂੰ ਜਿਹੜਾ ਲੈਟਰ ਆਇਆ ਇਮੀਗ੍ਰੇਸ਼ਨ ਤੋਂ 1.5 ਸਾਲ ਦਾ ਆ ਗਿਆ ਹੋਣਾ। ਇੱਕ ਤਾਂ ਉਹ ਲੈਟਰ ਅੱਜ ਕੱਲ੍ਹ ਇਹਨਾਂ ਨੇ ਹੁਣ ਨਵਾਂ ਰੂਲ ਆਇਆ ਵੀ 2 ਸਾਲ ਦੇ ਸ਼ੁਰੂ ਕਰਤੇ ਦੇਣੇ। ਓਕੇ। ਉਹ ਲੈਟਰ ਲੈ ਕੇ ਜਦੋਂ ਇਹ ਜਿਹੜਾ ਹੈਗਾ ਉਹ ਅਪਲਾਈ ਇਹਨਾਂ ਨੇ ਕੀਤਾ, ਲੈਟਰ ਆ ਗਿਆ, ਉਹ ਇਮੀਗ੍ਰੇਸ਼ਨ ਕੋਲ ਜਾਣ, ਇਮੀਗ੍ਰੇਸ਼ਨ ਵਾਲੇ ਸਟੈਂਪ ਲਾਉਂਦੇ ਪਾਸਪੋਰਟ 'ਤੇ। ਜੀ ਜੀ। ਜੇ ਇਮੀਗ੍ਰੇਸ਼ਨ ਵਾਲੇ ਸਟੈਂਪ ਲਾਉਂਦੇ ਆ ਪਾਸਪੋਰਟ 'ਤੇ, ਤਾਂ ਉਹ ਸਟੈਂਪ ਦੀ ਬੇਸ 'ਤੇ ਟਰੈਵਲ ਕਰ ਸਕਦੇ, ਕੰਮ ਵੀ ਕਰ ਸਕਦੇ। ਉਹ 'ਤੇ ਲਿਖਿਆ ਹੁੰਦਾ ਕਿ ਯੂ ਕੈਨ ਟਰੈਵਲ ਐਂਡ ਵਰਕ। ਜੀ ਜੀ ਜੀ। ਅਗਲਾ ਸਵਾਲ ਹੈ ਜੀ, ਸਾਡੇ ਦਰਸ਼ਕ ਲਿਖ ਰਹੇ ਆ ਕਿ USA 'ਚ ਅਡੋਪਸ਼ਨ ਬੇਸ 'ਤੇ ਆਉਣ ਤੋਂ ਬਾਅਦ ਕੀ ਕੋਈ ਆਪਣੇ ਬ੍ਰਦਰ ਜਾਂ ਸਿਸਟਰ ਨੂੰ ਅਪਲਾਈ ਕਰ ਸਕਦਾ ਇੰਡੀਆ ਤੋਂ? ਜਦੋਂ ਕੋਈ ਅਡੋਪਸ਼ਨ ਦੇ ਇੱਥੇ ਆ ਜਾਂਦਾ, ਜਿਹੜੀ ਪੁਰਾਣੀ ਫੈਮਿਲੀ ਉਹਦੇ ਜਿਹੜੇ ਲੀਗਲ ਰਿਲੇਸ਼ਨ ਖਤਮ ਹੋ ਜਾਂਦੇ ਆ। ਜੀ ਜੀ। ਇਸ ਕਰਕੇ ਉਹਨਾਂ ਨੂੰ ਅਡੋਪਟ ਨਹੀਂ ਕਰ ਸਕਦਾ, ਨਾ ਉਹ ਜਿਹਨੇ ਅਡੋਪਟ ਕੀਤਾ ਹੋਇਆ ਉਹ ਉਹਨਾਂ ਨੂੰ ਅਪਲਾਈ ਨਹੀਂ ਕਰ ਸਕਦਾ, ਨਾ ਤਾਂ ਆਪਣੇ ਉਹ ਜਿਹੜੇ ਮਤਲਬ ਪੁਰਾਣੇ ਰਿਲੇਸ਼ਨ ਹੀ ਖਤਮ ਹੋ ਗਏ ਆ ਉਹਨਾਂ ਨੂੰ ਅਪਲਾਈ ਕਰ ਸਕਦਾ ਜੀ, ਨਾ ਆਪਣੇ ਮਾਂ-ਬਾਪ ਨੂੰ ਕਰ ਸਕਦਾ, ਕਿਉਂਕਿ ਲਾਅ ਇਹ ਆ ਕਿ ਜਦੋਂ ਕੋਈ ਅਡੋਪਟ ਹੋ ਕੇ ਆ ਗਿਆ ਤੇ ਜਿਹੜੀ ਫੈਮਿਲੀ ਨੇ ਅਡੋਪਟ ਕੀਤਾ ਉਹਦਾ ਬੱਚਾ ਬਣ ਗਿਆ ਉਹ। ਜੀ ਜੀ ਜੀ। ਉਹਦੇ ਜਿਹੜੇ ਪੇਰੈਂਟਸ ਹੁਣ ਉਹ ਨੇ ਜਿਨ੍ਹਾਂ ਨੇ ਅਡੋਪਟ ਕੀਤਾ, ਜਿਹੜੇ ਉਹਦੇ ਅਸਲੀ ਪੇਰੈਂਟ ਨੇ ਉਹਨਾਂ ਨਾਲ ਕਾਨੂੰਨੀ ਰਿਸ਼ਤਾ ਖਤਮ ਹੋ ਜਾਂਦਾ ਜੀ। ਇਸ ਕਰਕੇ ਉਹ ਨਾ ਆਪਣੇ ਪੇਰੈਂਟਸ ਨੂੰ ਅਪਲਾਈ ਕਰ ਸਕਦਾ ਅਸਲੀ ਨੂੰ, ਨਾ ਆਪਣੇ ਅਸਲੀ ਭੈਣ ਭਰਾ ਨੂੰ ਕਰ ਸਕਦਾ। ਓਕੇ। ਅਗਲਾ ਸਵਾਲ ਬਹੁਤ ਸਾਰੇ ਦਰਸ਼ਕਾਂ ਨੇ ਵੱਖਰੇ ਕੰਟਰੀਆਂ ਤੋਂ ਲਿਖਿਆ, ਕੋਈ ਦੁਬਈ ਤੋਂ ਵੀ ਲਿਖਦੇ ਆ, ਕੋਈ ਯੂਰਪ ਤੋਂ, ਵੱਖ-ਵੱਖ ਕੰਟਰੀਆਂ ਤੋਂ ਲਿਖਦੇ ਆ ਕਿ ਅਸੀਂ ਉੱਥੋਂ ਜੇ ਇੱਥੇ ਟੂਰਿਸਟ ਵੀਜ਼ੇ 'ਤੇ ਆ ਜਾਈਏ ਅਤੇ ਸਿਟੀਜ਼ਨ ਅਸੀਂ ਹੋਈਏ ਉੱਥੇ, ਅਤੇ ਕੀ ਅਮਰੀਕਾ ਜਾਣ ਕੇ ਕਿਸੇ ਤਰੀਕੇ ਨਾਲ ਪੱਕਾ ਹੋਇਆ ਜਾ ਸਕਦਾ? ਨਹੀਂ ਜੀ। ਇੱਥੇ ਜਿਹੜੇ ਹੁਣ ਕਈ ਕੰਟਰੀ ਨੇ ਜਿਹਨਾਂ ਨੂੰ ਐਂਟਰੀ ਹੈਗੀ ਹੈ ਇੱਥੇ ਜੀ, ਪਰ ਉਹਦਾ ਮਤਲਬ ਇਹ ਨਹੀਂ ਹੈਗਾ ਵੀ ਇੱਥੇ ਉਹਨਾਂ ਨੂੰ ਕੋਈ ਵਰਕ ਪਰਮਿਟ ਮਿਲ ਜੂ ਜਾਂ ਪੱਕੇ ਹੋ ਜਾਣਗੇ ਜਾਂ ਗ੍ਰੀਨ ਕਾਰਡ ਮਿਲ ਜੂਗਾ, ਸਿਟੀਜ਼ਨਸ਼ਿਪ ਮਿਲ ਜੂਗੀ। ਉਹ ਸਿਰਫ ਐਂਟਰੀ ਆ ਅਤੇ ਘੁੰਮਣ ਫਿਰਨ ਲਈ ਹੁੰਦੀ ਆ। ਆਮ ਤੌਰ 'ਤੇ ਜਿਹੜੀ ਇਹ ਐਂਟਰੀ 3 ਮਹੀਨੇ ਦੀ ਹੁੰਦੀ ਆ ਜੀ। ਜਿਹੜਾ B1 B2 ਤੇ ਵੀਜ਼ੇ 'ਤੇ ਆਉਂਦਾ ਵਿਜ਼ਟਰ, ਉਹਦੀ ਐਂਟਰੀ 6 ਮਹੀਨੇ ਆ, ਇਹਦੀ 3 ਮਹੀਨੇ। ਸੋ ਬੰਦਾ ਆ ਕੇ 3 ਮਹੀਨੇ ਰਹਿ ਕੇ ਉਹ 'ਚ ਵਾਪਸ ਜਾ ਸਕਦਾ ਜੀ ਜੀ ਜੀ। ਲੇਕਿਨ ਉਹਦੀ ਬੇਸ 'ਤੇ ਇੱਥੇ ਰਹਿਣ ਦੀ ਪਰਮਿਸ਼ਨ ਜਾਂ ਵਰਕ ਪਰਮਿਟ ਜਾਂ ਉਹਦੇ ਬਾਅਦ ਗ੍ਰੀਨ ਕਾਰਡ ਉਹ ਨਹੀਂ ਮਿਲਦਾ ਕੁਛ ਜੀ ਜੀ। ਅਗਲਾ ਸਵਾਲ ਸਾਡੇ ਦਰਸ਼ਕ ਲਿਖਦੇ ਆ ਜੀ ਕਿ ਜਦੋਂ F4 ਦੀ ਫੀਸ ਅਤੇ ਡਾਕੂਮੈਂਟਸ ਇੰਡੀਅਨ ਐਮਬੈਸੀ ਵਿੱਚ ਜਮ੍ਹਾਂ ਹੋ ਜਾਂਦੇ ਆ, ਅਮਰੀਕਨ ਐਮਬੈਸੀ 'ਚ ਇੰਡੀਆ 'ਚ, ਤਾਂ ਕੀ ਵੀਜ਼ਾ ਉਹ ਪੱਕੇ ਤੌਰ 'ਤੇ ਦਿੰਦੇ ਆ? ਕੋਈ ਏਜ ਦੀ ਪ੍ਰੋਬਲਮ ਤਾਂ ਨਹੀਂ ਹੁੰਦੀ ਕਿਸੇ ਬੱਚੇ ਦੀ ਉਹ ਮਤਲਬ ਫੀਸ ਜਾਂ ਡਾਕੂਮੈਂਟ ਸਬਮਿਟ ਹੋਣ ਤੋਂ ਬਾਅਦ? ਦੇਖੋ ਇਸ ਤਰ੍ਹਾਂ ਆ, ਪਹਿਲੀ ਗੱਲ ਤਾਂ ਇਹ ਆ ਵੀ ਜਿਹੜੀਆਂ ਇਹ ਕੈਟੇਗਰੀਆਂ ਨੇ F4 ਹੋ ਗਿਆ ਜਾਂ F3 ਹੋ ਗਈ, ਇਹਨਾਂ ਦੀ ਜਿਹੜੀ ਫੀਸ ਆ ਐਮਬੈਸੀ ਜਮ੍ਹਾਂ ਨਹੀਂ ਹੁੰਦੀ, ਉਹ NVC 'ਚ ਹੁੰਦੀ ਆ। ਵੀ ਨੈਸ਼ਨਲ ਵੀਜ਼ਾ ਸੈਂਟਰ ਕੋਲ ਫੀਸ ਜਾਂਦੀ ਹੈ ਜਿਹੜੀ ਆ ਜੀ। ਨੈਸ਼ਨਲ ਵੀਜ਼ਾ ਸੈਂਟਰ ਕੋਲ ਹੀ ਡਾਕੂਮੈਂਟ ਜਾਂਦੇ ਆ ਜੀ। ਜਿੰਨੇ ਸਾਰੇ ਆਪਾਂ ਐਫੀਡੇਵਿਟ ਆਫ ਸਪੋਰਟ ਜਮ੍ਹਾਂ ਕਰਾਉਂਦੇ ਆ ਜਾਂ ਆਪਾਂ ਜਿਹੜੀਆਂ ਹੈਗੀਆਂ ਪੁਲਿਸ ਕਲੀਅਰੈਂਸ, ਪਾਸਪੋਰਟ ਕਲੀਅਰੈਂਸ ਵਗੈਰਾ ਜੋ ਵੀ ਡਾਕੂਮੈਂਟ ਭੇਜਦੇ ਆ, ਉਹ ਨੈਸ਼ਨਲ ਵੀਜ਼ਾ ਸੈਂਟਰ ਕੋਲ ਜਾਂਦੇ ਆ ਜੀ ਜੀ। ਉਦੋਂ ਬਾਅਦ ਜਦੋਂ NVC ਐਕਸੈਪਟ ਕਰ ਲੈਂਦੀ ਆ, ਉਸ ਤੋਂ ਬਾਅਦ ਅੱਗੇ
ਜੇ ਬੱਚੇ ਦੀ ਉਮਰ 21 ਸਾਲ ਤੋਂ ਉੱਪਰ ਹੋਵੇ, ਜਿਵੇਂ ਇਹਨਾਂ ਦਾ ਸਵਾਲ ਇਹ ਆ ਵੀ ਜੇ ਕੋਈ ਬੱਚੇ ਦੀ ਉਮਰ 21 ਸਾਲ ਤੋਂ ਉੱਪਰ ਹੋਊਗੀ ਤਾਂ ਉਹਨੂੰ ਕੱਢਿਆ ਜਾ ਸਕਦਾ, ਇਹ ਜਮ੍ਹਾਂ ਹੋਣ ਤੋਂ ਬਾਅਦ ਵੀ ਕੱਢਿਆ ਜਾ ਸਕਦਾ। ਇਹ ਨਹੀਂ ਹੈਗਾ ਕਿਉਂਕਿ ਉਹ ਜਿਹੜੀ ਉਹ ਵੀਜ਼ਾ ਮਿਲਣ ਤੱਕ ਕੱਢ ਸਕਦੇ ਆ। ਅੱਛਾ ਜੀ। ਹੁਣ ਕਈ ਕੇਸਾਂ 'ਚ ਹੋ ਗਿਆ ਫੀਸਾਂ ਜਮ੍ਹਾਂ ਹੋਣ ਤੋਂ 3-3 ਸਾਲ ਹੋ ਗਏ, ਓਕੇ, ਵਿੱਚ ਲੱਗ ਗਿਆ ਇਮੀਗ੍ਰੇਸ਼ਨ ਦਾ ਬੈਨ, ਨਾਲੇ ਆ ਗਿਆ ਕੋਵਿਡ ਤੇ ਇੰਟਰਵਿਊਜ਼ ਨਹੀਂ ਆ ਰਹੀਆਂ। ਮੈਂ ਇਹੋ ਜਿਹੇ ਬਹੁਤ ਕੇਸਾਂ ਨੂੰ ਜਾਣਦਾ ਕਿ 2019 ਜਾਂ 2018 ਦੀਆਂ ਫੀਸਾਂ ਜਮ੍ਹਾਂ ਹੋਈਆਂ ਉਹਨਾਂ ਦੀਆਂ, ਓਕੇ, ਪਰ ਅਜੇ ਤੱਕ ਇੰਟਰਵਿਊ ਨਹੀਂ ਆਈ। 1.5 ਸਾਲ ਦਾ ਬੈਨ ਹੀ ਲੱਗਿਆ ਰਿਹਾ ਆਲਮੋਸਟ। ਪਹਿਲਾਂ ਕੋਵਿਡ ਆ ਗਿਆ, ਫਿਰ ਬੈਨ ਲੱਗ ਗਿਆ, ਸੋ ਪਿਛਲਾ ਸਾਰਾ ਸਾਲ ਤਾਂ ਇਸੇ 'ਚ ਲੰਘ ਗਿਆ। ਹੁਣ ਫੇਰ ਕੋਵਿਡ ਆ ਗਿਆ ਦੁਬਾਰਾ, ਉਹਦੇ ਕਰਕੇ ਜਿਹੜੀ ਇੰਟਰਵਿਊਜ਼ ਹੈਗੀਆਂ ਉਹ ਬੜੀਆਂ ਘੱਟ ਹੋਈਆਂ ਤੇ ਉਹ, ਲੇਕਿਨ ਉਹਨਾਂ ਦੇ ਬੱਚੇ 21 ਤੋਂ ਉੱਪਰ ਹੋ ਗਏ। ਹੁਣ ਜੇ ਐਮਬੈਸੀ ਚਾਹੇ ਤਾਂ ਕੱਢ ਸਕਦੀ ਆ, ਓਕੇ, ਲੇਕਿਨ ਜੇ ਚਾਈਲਡ ਸਟੇਟਸ ਪ੍ਰੋਟੈਕਸ਼ਨ ਐਕਟ ਕਵਰ ਕਰਦਾ ਤਾਂ ਉਹ ਕਵਰ ਕਰ ਦਿੰਦੇ ਨੇ। ਕਈ ਵਾਰੀ ਆਮ ਤੌਰ ਤੇ ਫਰੀਜ਼ ਕਰ ਦਿੰਦੇ ਆ ਉਮਰ ਉੱਥੇ ਉਹ, ਤੇ ਨਹੀਂ ਕੱਢਦੇ, ਪਰ ਚਾਹੁਣ ਤਾਂ ਕੱਢ ਸਕਦੇ ਜਦੋਂ 21 ਸਾਲ ਤੋਂ ਉੱਪਰ ਹੋ ਗਿਆ ਜੀ। ਅਗਲਾ ਸਵਾਲ ਸਾਡੇ ਦਰਸ਼ਕ ਲਿਖਦੇ ਨੇ ਕਿ ਮੇਰੀ 3 ਮਹੀਨੇ ਪਹਿਲਾਂ I-485 ਦਾ ਇੰਟਰਵਿਊ ਹੋਇਆ ਸੀ, ਹਾਲੇ ਤੱਕ ਕੋਈ ਰਿਸਪੌਂਸ ਨਹੀਂ ਆਇਆ। ਆਨਲਾਈਨ ਚੈੱਕ ਕਰਨ ਤੇ ਆਉਂਦਾ ਹੈ ਕਿ ਰਿਵਿਊ ਕਰ ਰਹੇ ਆ, ਕੀ ਕਰੀਏ? ਵੇਟ ਹੀ ਕਰਨੀ ਪੈਣੀ ਆ, ਕਿਉਂਕਿ ਉਹਦਾ ਰੀਜ਼ਨ ਇਹ ਆ ਕਿ ਇੰਟਰਵਿਊ ਤੋਂ ਬਾਅਦ ਉਹਨਾਂ ਦਾ ਪ੍ਰੋਸੈਸਿੰਗ ਟਾਈਮ ਹੈ, ਉਹ ਟਾਈਮ ਤਾਂ ਲੈਂਦੇ ਨੇ ਰਿਵਿਊ ਕਰਨ ਵਾਸਤੇ ਕਿ ਉਹਨਾਂ ਨੇ ਕਈ ਕੁਝ ਦੇਖਣਾ ਹੁੰਦਾ ਵੀ ਜਿਹੜੀ ਅੰਡਰਲਾਈਨ ਰਿਲੇਸ਼ਨਸ਼ਿਪ ਹੈ ਜਿਹਦੀ ਬੇਸ ਤੇ ਇਹਨਾਂ ਨੇ ਗ੍ਰੀਨ ਕਾਰਡ ਅਪਲਾਈ ਕੀਤਾ ਵੀ ਉਹ ਠੀਕ ਆ ਕਿ ਨਹੀਂ, ਓਕੇ, ਜਾਂ ਜਿਹੜਾ ਅੰਡਰਲਾਈਨ ਕੇਸ ਆ ਉਹ ਕੀ ਆ, ਜਾਂ ਕੋਈ ਹੋ ਸਕਦਾ ਇਹਨਾਂ ਕੋਲ ਡਾਕੂਮੈਂਟੇਸ਼ਨ ਮੰਗਣੀ ਹੋਵੇ ਹੋਰ, ਸੋ ਹੋ ਸਕਦਾ ਅਪਰੂਵ ਵੀ ਕਰ ਦੇਣ, ਪਰ ਉਹ ਟਾਈਮ ਲੈ ਸਕਦੇ, ਇਹਨਾਂ ਨੂੰ ਵੇਟ ਕਰਨੀ ਪੈਣੀ ਆ। ਜੇ ਹੋਰ 2-3 ਮਹੀਨੇ ਨਹੀਂ ਕੁਛ ਆਉਂਦਾ ਤਾਂ ਇਨਕੁਆਇਰੀ ਪਾ ਸਕਦੇ ਆ। ਓਕੇ, ਅਗਲਾ ਸਵਾਲ ਸਾਡੇ ਦਰਸ਼ਕ ਲਿਖ ਰਹੇ ਆ ਜੀ ਕਿ ਕੀ ਅਮਰੀਕਾ ਦੇ 에ਅਰਪੋਰਟ ਤੇ ਜਦੋਂ ਅਸੀਂ ਪਹੁੰਚ ਜਾਈਏ ਉਦੋਂ ਹੀ ਅਸਾਈਲਮ ਅਪਲਾਈ ਕੀਤਾ ਜਾ ਸਕਦਾ? ਹਾਂਜੀ, ਅਸਾਈਲਮ ਤਾਂ ਜਦੋਂ ਬੰਦਾ ਇੱਥੇ ਐਂਟਰ ਕਰਦਾ, ਚਾਹੇ 에ਅਰਪੋਰਟ ਤੇ ਆਵੇ ਚਾਹੇ ਬਾਰਡਰ ਤੇ ਆਵੇ। ਆਪਾਂ ਹੁਣੇ ਇੱਕ ਰੂਲਿੰਗ ਇਸੇ ਪ੍ਰੋਗਰਾਮ ਦੱਸ ਕੇ ਹਟੇ ਆ ਜੀ ਕਿ ਇਮੀਗ੍ਰੇਸ਼ਨ ਜੱਜ ਨੇ ਇਹ ਕਿਹਾ ਕਿ ਤੁਸੀਂ ਕਿਸੇ ਨੂੰ ਅਸਾਈਲਮ ਅਪਲਾਈ ਕਰਨ ਤੋਂ ਨਹੀਂ ਰੋਕ ਸਕਦੇ, ਉੱਤੇ ਕੋਈ ਤੁਸੀਂ ਬੰਦਿਸ਼ ਜਾਂ ਕੋਟਾ ਨਹੀਂ ਲਾ ਸਕਦੇ। ਸੋ ਜਦੋਂ ਬੰਦਾ ਐਂਟਰੀ ਪੁਆਇੰਟ ਤੇ ਆਉਂਦਾ, ਚਾਹੇ ਬਾਰਡਰ ਤੇ ਆਵੇ ਚਾਹੇ 에ਅਰਪੋਰਟ ਤੇ ਆਵੇ, ਜੇ ਉਹਨੂੰ ਐਂਟਰੀ ਨਹੀਂ ਦਿੰਦੇ ਤਾਂ ਉਹ ਬੰਦਾ ਉੱਥੇ ਅਸਾਈਲਮ ਅਪਲਾਈ ਕਰ ਸਕਦਾ, ਕਹਿ ਸਕਦਾ ਵੀ ਮੈਨੂੰ ਮੇਰੀ ਕੰਟਰੀ 'ਚ ਖਤਰਾ, ਮੈਂ ਨਹੀਂ ਜਾ ਸਕਦਾ, ਤੇ ਉਹਨੂੰ ਫਿਰ ਉਹ ਉੱਥੋਂ ਕੈਂਪ 'ਚ ਲੈ ਜਾਂਦੇ ਆ। ਉਹਦੀ ਕ੍ਰੈਡੀਬਲ ਫੀਅਰ ਹੁੰਦੀ ਹੈ, ਜੇ ਕ੍ਰੈਡੀਬਲ ਫੀਅਰ 'ਚੋਂ ਪਾਸ ਹੋ ਜਾਂਦਾ ਤਾਂ ਫਿਰ ਉਸ ਤੋਂ ਬਾਅਦ ਉਹਨੂੰ ਬੌਂਡ ਵਗੈਰਾ ਤੇ ਰਿਲੀਜ਼ ਕੀਤਾ ਜਾ ਸਕਦਾ ਜਾਂ ਅੰਦਰ ਹੀ ਕੇਸ ਲੜ ਸਕਦਾ। ਅਗਲਾ ਸਵਾਲ ਹੈ ਜੀ, ਕੀ ਵਿਜ਼ਟਰ ਵੀਜ਼ਾ ਤੇ ਜਿਹੜਾ USA ਆ ਉਹ ਇਸ ਵੇਲੇ ਖੁੱਲ੍ਹਾ? ਨਹੀਂ, ਵਿਜ਼ਟਰ ਵੀਜ਼ਾ ਅਜੇ ਬੰਦ ਆ ਜੀ, ਤੇ ਅਜੇ ਉਹਨਾਂ ਨੇ ਇਹਦੇ ਬਾਰੇ ਕੋਈ ਜਿਹੜੀ ਕਲੈਰੀਫਿਕੇਸ਼ਨ ਨਹੀਂ ਦਿੱਤੀ ਵੀ ਕਦੋਂ ਖੁੱਲੂਗਾ ਵਿਜ਼ਟਰ ਵੀਜ਼ਾ। ਜੀ, ਸੋ ਜਿਨ੍ਹਾਂ ਦਾ ਲੱਗਿਆ ਹੋਇਆ ਉਹ ਵੀ ਨਹੀਂ ਆ ਸਕਦੇ, ਤੇ ਜਿਹੜੇ ਨਵੇਂ ਐਪਲੀਕੈਂਟ ਨੇ ਜੇ ਕਿਸੇ ਨੇ ਲੈਣਾ ਵਿਜ਼ਟਰ ਵੀਜ਼ਾ ਉਹ ਵੀ ਅਜੇ ਅਪਲਾਈ ਨਹੀਂ ਕਰ ਸਕਦਾ। ਜੀ। ਹਾਂਜੀ, ਅਗਲਾ ਸਵਾਲ ਹੈ ਜੀ, ਮੈਂ 2015 'ਚ USA ਆਇਆ ਸੀ ਪਰ ਹਾਲੇ ਤੱਕ ਕੋਈ ਸਟੇਟਸ ਅਪਲਾਈ ਨਹੀਂ ਕੀਤਾ। ਮੇਰੇ ਜਿੱਥੇ ਮੈਂ ਕੰਮ ਕਰਦਾ 2 ਵਾਰ ਕਹਿੰਦੇ ਉਸ ਸਟੋਰ ਤੇ ਰੋਬਰੀ ਹੋ ਗਈ ਹੈ ਤੇ ਮੈਂ ਉਹਦੇ ਵਿੱਚ ਇਨਵੋਲਵ ਹਾਂ, ਕੀ ਹੁਣ ਮੈਂ ਵੀਜ਼ਾ ਜਿਹੜਾ ਅਪਲਾਈ ਕਰ ਸਕਦਾ? ਵੀਜ਼ੇ ਦੀਆਂ ਸ਼ਰਤਾਂ ਹੁੰਦੀਆਂ ਨੇ। ਵੀਜ਼ਾ ਸਰਟਨਲੀ ਤੁਸੀਂ ਕਰ ਸਕਦੇ ਹੋ, ਪਰ ਕੱਲਾ ਰੋਬਰੀ ਦੀ ਬੇਸ 'ਤੇ ਵੀਜ਼ਾ ਨਹੀਂ ਹੁੰਦਾ, ਉਹਦੇ ਵਾਸਤੇ ਫਿਜ਼ੀਕਲ ਹਾਰਮ ਹੋਣਾ ਜ਼ਰੂਰੀ ਹੈ। ਜੀ। ਸੋ ਜੇ ਰੋਬਰੀ ਦੌਰਾਨ ਇਹਨਾਂ ਨੂੰ ਹਾਰਮ ਹੋਇਆ ਕੋਈ ਤੇ ਫਿਰ ਇਹ ਵੀਜ਼ਾ ਅਪਲਾਈ ਕਰ ਸਕਦੇ ਆ, ਤੇ ਉਹ ਵੀਜ਼ੇ ਦੇ ਤੇ ਉਹਦੇ ਵਾਸਤੇ ਇਹ ਬੰਦਿਸ਼ ਨਹੀਂ ਹੁੰਦੀ ਕਿ ਤੁਹਾਨੂੰ ਆਇਆ ਨੂੰ ਕਿੰਨੀ ਦੇਰ ਹੋ ਗਈ ਜਾਂ ਤੁਹਾਡਾ ਸਟੇਟਸ ਕੀ ਆ ਜਾਂ ਤੁਹਾਡੇ ਤੇ ਕੋਈ ਡੈਪੂਟੇਸ਼ਨ ਲੱਗੀ ਆ। ਈਵਨ ਜਿਹੜੇ ਬੰਦਿਆਂ ਦੇ ਡੈਪੂਟੇਸ਼ਨ ਲੱਗੀ ਆ ਉਹ ਵੀ ਕਰ ਸਕਦੇ ਆ, ਜਿਹੜੇ ਲੀਗਲ ਨਹੀਂ ਵੀ ਆਏ ਉਦਾਂ ਹੀ ਆਇਆ ਬਾਰਡਰ ਲੰਘ ਕੇ ਉਹ ਵੀ ਕਰ ਸਕਦੇ ਆ। ਯੂ ਵੀਜ਼ਾ ਕੋਈ ਵੀ ਕਰ ਸਕਦਾ ਅਪਲਾਈ। ਪਰ ਇਹ ਦੇਖਣ ਵਾਲੀ ਗੱਲ ਆ ਕਿ ਕੀ ਇਹਨਾਂ ਦਾ ਜਿਹੜਾ ਕੇਸ ਆ ਉਹ ਯੂ ਵੀਜ਼ੇ 'ਚ ਕੁਆਲੀਫਾਈ ਕਰਦਾ, ਹਰੇਕ ਕੇਸ ਨਹੀਂ ਕੁਆਲੀਫਾਈ ਕਰਦਾ। ਸੋ ਜੇ ਉਹ 'ਚ ਕੁਆਲੀਫਾਈ ਕਰਦਾ ਫਿਰ ਕਰ ਸਕਦੇ। ਅਗਲਾ ਸਵਾਲ ਹੈ ਜੀ, ਕਹਿੰਦੇ ਆ ਕਿ IR-1 ਬਾਰੇ ਜਾਣਕਾਰੀ ਦਿਓ। ਦੇਖੋ, ਇਸ ਤਰ੍ਹਾਂ ਹੁੰਦਾ ਕਿ ਜਿਹੜੀ ਹੁਣ ਕਈ ਕੈਟੇਗਰੀਆਂ ਕਰੰਟ ਹੁੰਦੀਆਂ ਨੇ ਅਮਰੀਕਾ ਲਾ ਥੱਲੇ, ਖਾਸ ਕਰਕੇ ਜਦੋਂ US ਸਿਟੀਜ਼ਨ ਜਿਹੜਾ ਹੈਗਾ ਉਹ ਵਿਆਹ ਕਰਦਾ ਜਾਂ ਅੱਜ ਕੱਲ੍ਹ ਗ੍ਰੀਨ ਕਾਰਡ ਹੋਲਡਰ ਵੀ ਕਰੰਟ ਆ। ਸੋ ਕਰੰਟ ਕੈਟੇਗਰੀ ਦੇ ਵਿੱਚ ਦਾ ਮਤਲਬ ਇਹ ਨਹੀਂ ਹੈਗਾ ਕਿ ਵੀਜ਼ਾ ਉਹਨਾਂ ਨੂੰ ਇਮੀਡੀਏਟ ਅਵੇਲੇਬਲ ਹੋ ਜਾਊਗਾ। ਉਹਨਾਂ ਕੈਟੇਗਰੀਆਂ ਦੇ ਵਿੱਚ ਕੋਈ ਵੇਟਿੰਗ ਪੀਰੀਅਡ ਨਹੀਂ ਹੈਗਾ, ਲੇਕਿਨ ਕੋਵਿਡ ਦੀ ਪੋਜੀਸ਼ਨ ਕਰਕੇ ਵੀਜ਼ਾ ਨੰਬਰ ਉੱਥੇ ਵੀ ਬਹੁਤ ਟਾਈਮ ਲੱਗ ਰਿਹਾ ਜੀ। ਸੋ ਇਹਨਾਂ ਕੈਟੇਗਰੀਆਂ ਦੇ ਵਿੱਚ ਇੱਥੇ ਕਿ ਫਸਟ ਪ੍ਰੈਫਰੈਂਸ ਕੈਟੇਗਰੀਜ਼ ਨੇ, ਜਿਨ੍ਹਾਂ ਵਿੱਚ ਕਿ US ਸਿਟੀਜ਼ਨ ਦੇ ਮਾਂ-ਬਾਪ, ਜਦੋਂ US ਸਿਟੀਜ਼ਨ ਆਪਣੇ ਮਾਂ-ਬਾਪ ਦਾ ਅਪਲਾਈ ਕਰਦਾ ਉਹ 'ਚ ਕੋਈ ਵੀਜ਼ਾ ਨੰਬਰ ਨਹੀਂ ਹੈਗਾ, ਕਰੰਟ ਕੈਟੇਗਰੀ ਆ। US ਸਿਟੀਜ਼ਨ ਆਪਣੇ ਹਸਬੈਂਡ ਵਾਈਫ ਦਾ ਕਰਦਾ ਅਪਲਾਈ ਤੇ 21 ਸਾਲ ਤੋਂ ਘੱਟ ਬੱਚਿਆਂ ਦਾ, ਉਹ ਵੀ ਕਰੰਟ ਆ। ਅੱਜ ਕੱਲ੍ਹ ਗ੍ਰੀਨ ਕਾਰਡ ਹੋਲਡਰ ਜੇ ਅਪਲਾਈ ਕਰਦਾ ਆਪਣੇ ਹਸਬੈਂਡ ਵਾਈਫ ਤੇ ਛੋਟੇ ਬੱਚਿਆਂ ਦਾ 21 ਤੋਂ ਘੱਟ, ਉਹ ਵੀ ਕਰੰਟ ਆ। ਇਹਨਾਂ ਕੈਟੇਗਰੀਆਂ ਦੇ ਵਿੱਚ ਕੋਈ ਵੀਜ਼ਾ ਨੰਬਰ ਦੀ ਗੱਲ ਨਹੀਂ ਹੈਗੀ ਵੀ ਇੰਨਾ ਸਾਲ, ਜਿਵੇਂ ਆਪਾਂ ਪੜ੍ਹ ਕੇ ਹਟੇ ਹਾਂ ਵੀ F4 ਦੇ ਵਿੱਚ ਜੀ ਹੁਣ ਸਤੰਬਰ 2005 ਚੱਲ ਰਿਹਾ ਜਾਂ F3 'ਚ ਨਵੰਬਰ 2008 ਚੱਲ ਰਿਹਾ, ਇਹਦੇ ਵਿੱਚ ਇੱਦਾਂ ਦੀ ਕੋਈ ਗੱਲ ਨਹੀਂ ਗੀ। ਸੋ ਇਹ 'ਚ ਤੁਸੀਂ ਜਦੋਂ ਅਪਲਾਈ ਕਰਤਾ ਕਰੰਟ ਆ, ਇਹ ਨਹੀਂ ਹੈਗਾ ਵੀ 16 ਚੱਲ ਰਿਹਾ ਕਿ 17 ਕਿ 19 ਚੱਲ ਰਿਹਾ ਉੱਥੇ। ਲੇਕਿਨ ਉਹਦਾ ਮਤਲਬ ਨਾਲ ਇਹ ਵੀ ਨਹੀਂ ਕਿ ਉਹਨਾਂ ਨੂੰ ਵੀਜ਼ੇ ਬੜੇ ਤੇਜ਼ ਮਿਲ ਰਹੇ ਨੇ। ਸੋ ਇਹ ਜਿਹੜੀ ਹੁਣ ਸਿਚੁਏਸ਼ਨ ਹੈਗੀ ਆ
ਜਿਹੜੀ ਕੋਵਿਡ ਦੀ ਆ ਪਿੱਛੇ ਬੈਨ ਵੀ ਲੱਗਿਆ, ਇਹਨਾਂ ਗੱਲਾਂ ਕਰਕੇ ਵੀਜ਼ੇ ਉੱਥੇ ਸਲੋ ਨੇ, ਪਰ ਕੋਈ ਜਿਹੜਾ ਹੈਗਾ ਵੇਟਿੰਗ ਪੀਰੀਅਡ ਨਹੀਂ ਹੈਗਾ। ਓਕੇ, ਅਗਲਾ ਸਵਾਲ ਸਾਡੇ ਦਰਸ਼ਕ ਪੁੱਛ ਰਹੇ ਆ ਜੀ ਕਿ ਈਗਲ ਐਕਟ ਬਾਰੇ ਕੀ ਅਪਡੇਟ ਹੈਗੀ ਹੈ ਜੀ ਹੁਣ? ਈਗਲ ਐਕਟ ਬਾਰੇ ਕੋਈ ਅਪਡੇਟ ਨਹੀਂ, ਉਹ ਇੰਟਰੋਡਿਊਸ ਹੋਇਆ ਸੀ, ਜਿੱਥੇ ਪਿਆ ਉੱਥੇ ਹੀ ਪਿਆ, ਉਦੋਂ ਬਾਅਦ ਅੱਗੇ ਨਹੀਂ ਤੁਰਿਆ ਜੀ। ਅਗਲਾ ਸਵਾਲ ਸਾਡੇ ਦਰਸ਼ਕ ਲਿਖ ਰਹੇ ਆ ਜੀ ਕਿ ਯੂਐਸ ਵਿੱਚ ਇਨਵੈਸਟਮੈਂਟ ਵੀਜ਼ਾ ਤੇ ਆਉਣਾ ਚਾਹੁੰਦੇ ਹੋ, ਕੀ ਪਹਿਲਾਂ ਤੋਂ ਚੱਲ ਰਹੇ ਬਿਜ਼ਨਸ ਵਿੱਚ ਉਹ ਆਪਣੀ ਪਾਰਟਨਰਸ਼ਿਪ ਕਰ ਸਕਦੇ ਹੋ? ਨਹੀਂ, EB5 ਕੈਟਾਗਰੀ ਦੀ ਗੱਲ ਕਰ ਰਹੇ ਆ। EB5 ਕੈਟਾਗਰੀ ਦੇ ਵਿੱਚ $5 ਲੱਖ ਇਨਵੈਸਟ ਹੁੰਦਾ। ਪਹਿਲਾਂ ਟਰੰਪ ਨੇ 9 ਕਰਤਾ ਸੀ, ਇਹਨਾਂ ਨੇ ਘਟਾ ਕੇ 5 ਫੇਰ ਕਰਤਾ। ਤੇ ਉਹਦੇ ਵਾਸਤੇ ਜਿਹੜੇ ਰੀਜਨਲ ਸੈਂਟਰ ਨੇ ਜੀ ਜਿਹੜੇ ਕਿ ਰਜਿਸਟਰ ਹੋਏ ਹੁੰਦੇ ਨੇ ਸਰਕਾਰ ਦੇ ਕੋਲ, ਉਹਨਾਂ ਰੀਜਨਲ ਸੈਂਟਰਾਂ ਦੇ ਵਿੱਚ ਇਨਵੈਸਟਮੈਂਟ ਕਰਨੀ ਪੈਂਦੀ, ਜਿੱਥੇ ਮਰਜ਼ੀ ਤੁਸੀਂ ਇਨਵੈਸਟ ਨਹੀਂ ਕਰ ਸਕਦੇ ਜੀ, ਨਾ ਹੀ ਤੁਸੀਂ ਕਿਸੇ ਵੀ ਚੱਲਦੇ ਬਿਜ਼ਨਸ ਕਰ ਸਕਦੇ ਹੋ ਜੀ। ਜਿਹੜੇ ਰੀਜਨਲ ਸੈਂਟਰ ਨੇ ਉਹਨਾਂ ਦੇ ਵਿੱਚ ਇਨਵੈਸਟ ਕਰਨਾ ਪੈਂਦਾ। ਉਹਨਾਂ ਦੇ ਵਿੱਚ ਕਈ ਚੱਲਦੇ ਬਿਜ਼ਨਸ ਹੁੰਦੇ ਨੇ ਜੀ, ਪਰ ਉਹ ਪਹਿਲਾਂ ਸੈਂਟਰ ਰਜਿਸਟਰ ਕਰਾਉਣਾ ਪੈਂਦਾ ਇਸ ਪਰਪਸ ਲਈ। ਉਹਦੇ ਵਿੱਚ ਤੁਸੀਂ ਇਨਵੈਸਟ ਕਰ ਸਕਦੇ ਹੋ। ਉਹਦੇ ਬਾਅਦ ਉਹਨਾਂ ਦੀ ਰਿਕੁਆਇਰਮੈਂਟ ਇਹ ਹੁੰਦੀ ਵੀ ਉਹਨਾਂ ਨੇ 11 ਜੋਬਾਂ ਕ੍ਰੀਏਟ ਕਰਨੀਆਂ ਜੀ, ਤੇ ਤੁਹਾਨੂੰ ਪਹਿਲਾਂ 2 ਸਾਲ ਦਾ ਕੰਡੀਸ਼ਨਲ ਗ੍ਰੀਨ ਕਾਰਡ ਮਿਲਦਾ, ਫਿਰ ਕੰਡੀਸ਼ਨ ਰਿਮੂਵ ਹੋਣ ਤੋਂ ਬਾਅਦ 10 ਸਾਲ ਦਾ ਮਿਲਦਾ, ਤੇ ਪਰ ਉਹਦੇ ਵਿੱਚ ਹੀ ਇਨਵੈਸਟ ਕਰਨਾ ਪੈਂਦਾ ਜੀ। ਅਗਲਾ ਸਵਾਲ ਹੈ ਜੀ ਕਿ ਉਹ ਕਹਿੰਦੇ ਆ ਮੇਰਾ ਸੈਲਫ ਕੇਸ ਚੱਲ ਰਿਹਾ, ਮੇਰੀ ਵਾਈਫ ਕੋਲ ਵਿਜ਼ਟਰ ਵੀਜ਼ਾ ਆਲਰੇਡੀ ਹੈਗਾ, ਕੀ ਉਹ ਇੱਥੇ ਆ ਸਕਦੀ ਹੈ? ਵਿਜ਼ਟਰ ਵੀਜ਼ਾ ਹੈਗਾ, ਆ ਤਾਂ ਸਕਦੇ ਆ, ਪਰ ਉਹਨਾਂ ਨੂੰ ਉੱਥੇ ਬਾਰਡਰ ਤੇ ਰੋਕਿਆ ਜਾਂ 에ਅਰਪੋਰਟ ਤੇ ਰੋਕਿਆ ਜਾ ਸਕਦਾ। ਉਹ ਪੁੱਛ ਸਕਦੇ ਆ ਵੀ ਤੁਹਾਡਾ ਹਸਬੈਂਡ, ਕਿਉਂਕਿ ਉਹਨਾਂ ਦੇ ਸਿਸਟਮ 'ਚ ਹੁੰਦਾ ਵੀ ਉਹ ਗਿਆ ਸੀ, ਉਹਨੇ ਸੈਲਮ ਲਾਤਾ, ਤੇ ਤੁਸੀਂ ਕਹਿੰਦੇ ਮੈਂ ਵਿਜ਼ਿਟ ਕਰਕੇ ਇੱਥੋਂ ਘੁੰਮ ਫਿਰ ਕੇ ਵਾਪਸ ਚਲੇ ਜਾਣਾ, ਸੋ ਅਸੀਂ ਕਿੱਦਾਂ ਬਲੀਵ ਕਰ ਲਈਏ? ਹੋ ਸਕਦਾ ਤੁਸੀਂ ਵੀ ਉਹਦੇ ਨਾਲ ਹੀ ਇੱਥੇ ਰਹਿ ਕੇ ਸੈਲਮ ਕਰ ਦਿਓ, ਸੋ ਇਸ ਕਰਕੇ ਉਹਨਾਂ ਨੂੰ 에ਅਰਪੋਰਟ ਤੇ ਰੋਕਿਆ ਜਾ ਸਕਦਾ। ਅਗਲਾ ਸਵਾਲ ਸਾਡੇ ਦਰਸ਼ਕ ਲਿਖਦੇ ਆ ਜੀ ਕਿ ਮੇਰਾ ਵਰਕ ਪਰਮਿਟ 2020 ਨਵੰਬਰ ਵਿੱਚ ਗਵਾਚ ਗਿਆ ਸੀ, ਮੈਂ ਦੁਬਾਰਾ ਅਪਲਾਈ ਕਰ ਦਿੱਤਾ ਸੀ, ਪਰ ਅਜੇ ਤੱਕ ਕੋਈ ਅਪਰੂਵਲ ਲੈਟਰ ਤੱਕ ਨਹੀਂ ਆਈ। ਰੰਧਾਵਾ ਸਾਹਿਬ, ਇਹਦੇ ਬਾਰੇ ਆਪਾਂ ਦੱਸ ਕੇ ਹਟੇ ਹਾਂ ਜੀ ਕਿ ਅੱਜ ਕੱਲ੍ਹ ਤਕਰੀਬਨ 8 ਤੋਂ 10 ਮਹੀਨੇ ਲੱਗ ਰਹੇ ਆ ਜੀ ਜਦੋਂ ਆਪਾਂ ਰਿਨਿਊ ਕਰਾਉਂਦੇ ਆ ਵਰਕ ਪਰਮਿਟ। ਸੋ ਇਹ ਹੁਣ ਨਾਰਮਲ ਟਾਈਮ ਹੋ ਗਿਆ ਜੀ। ਸੋ ਇਸ ਕਰਕੇ ਇਹਨਾਂ ਦਾ ਜਿਹੜਾ ਹੈਗਾ, ਇਹਨਾਂ ਨੂੰ ਚਾਹੀਦਾ ਪਰਸਿਊ ਕਰਨਾ, ਤੋਂ ਆਪਣਾ ਰਾਈਟ ਆ ਪਤਾ ਕਰਨਾ ਇਮੀਗ੍ਰੇਸ਼ਨ ਤੋਂ ਜੀ, ਪਰ 10-11 ਮਹੀਨੇ ਤਾਂ ਆਮ ਜੀ ਗੱਲ ਆ। ਸੋ ਇਹ ਉਹਨਾਂ ਦੇ ਜਿਹੜਾ ਪ੍ਰੋਸੈਸਿੰਗ ਟਾਈਮ 'ਚ ਹੀ ਆ, ਪਰ ਇਹ ਉੱਥੋਂ ਪਤਾ ਕਰਨ, ਪਰ ਹੋ ਸਕਦਾ ਵੀ ਇਹਨਾਂ ਦਾ ਹੋਰ ਮਹੀਨਾ 2 ਮਹੀਨੇ ਤੱਕ ਵਰਕ ਪਰਮਿਟ ਆਵੇ ਜੀ। ਬਹੁਤ ਬਹੁਤ ਸ਼ੁਕਰੀਆ ਜੀ। ਦੋਸਤੋ, ਇਹ ਤਾਂ ਸੀ ਤੁਹਾਡੇ ਇਮੀਗ੍ਰੇਸ਼ਨ ਸੰਬੰਧੀ ਸਵਾਲ, ਉਹਨਾਂ ਦੇ ਜਵਾਬ ਦਾ ਜਸਪ੍ਰੀਤ ਸਿੰਘ ਅਟਾਰਨੀ ਐਟ ਲਾ ਨੇ ਤੁਹਾਨੂੰ ਬਹੁਤ ਵਧੀਆ ਤਰੀਕੇ ਨਾਲ ਦਿੱਤੇ ਆ। ਉਮੀਦ ਹੈ ਕਿ ਤੁਸੀਂ ਇਹਨਾਂ ਸਵਾਲਾਂ ਤੋਂ ਪੂਰੇ ਸੰਤੁਸ਼ਟ ਹੋਵੋਗੇ। ਤੁਹਾਡਾ ਵੀ ਕੋਈ ਸਵਾਲ ਹੋਵੇ, ਤੁਸੀਂ ਸਾਡੇ YouTube ਚੈਨਲ, TV ਤੋਂ ਇਲਾਵਾ ਸਾਡਾ YouTube ਚੈਨਲ, ਉੱਤੇ ਤੁਸੀਂ ਇਹ ਸਵਾਲ ਲਿਖ ਸਕਦੇ ਹੋ। ਸਾਡਾ YouTube ਚੈਨਲ ਆ ਪੰਜਾਬ ਮੇਲ USA, ਉਹਨੂੰ ਸਬਸਕ੍ਰਾਈਬ ਕਰੋ, ਉਹਦਾ ਬੈਲ ਆਈਕਨ ਦਬਾਓ, ਜਾਂ ਕੋਈ ਸਿੱਧਾ ਵੀ ਤੁਸੀਂ ਜਸਪ੍ਰੀਤ ਸਿੰਘ ਅਟਾਰਨੀ ਐਟ ਲਾ ਤੋਂ ਆਪਣਾ ਸਵਾਲ ਪੁੱਛਣਾ ਚਾਹੁੰਦੇ ਹੋ, ਫੋਨ ਨੰਬਰ ਆ 9179154142। ਉਮੀਦ ਕਰਦੇ ਹਾਂ ਕਿ ਅੱਜ ਦਾ ਇਹ ਪ੍ਰੋਗਰਾਮ ਤੁਹਾਨੂੰ ਜ਼ਰੂਰ ਪਸੰਦ ਆਇਆ ਹੋਵੇਗਾ। ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਥੈਂਕ ਯੂ ਵੈਰੀ ਮਚ। ਸਤਿ ਸ਼੍ਰੀ ਅਕਾਲ ਜੀ।